ਇਹ ਗੱਲ ਕਹਿੰਦੇ ਆ ਕਿ ਫਲਾਣੀ ਜਗ੍ਹਾ ਦੇ ਉੱਤੇ ਇੱਕ ਇੰਟਰਵਿਊ ਹੋਈ, ਬੱਚਿਆਂ ਨੂੰ ਸਵਾਲ ਪੁੱਛੇ ਕਿ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗਾ, ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਗੁਰੂਆਂ ਦੇ ਨਾਮ ਕੀ ਨੇ। ਤਾਂ ਉਹਦੇ ਵਿੱਚ ਫੇਲੀਅਰ ਸਾਡਾ ਹੈ, ਬੱਚਿਆਂ ਦਾ ਨਹੀਂ ਫੇਲੀਅਰ, ਕਿਉਂਕਿ ਅਸੀਂ ਉਹਨਾਂ ਨੂੰ ਇੱਕ ਮਾਰਗ ਦੇ ਹੀ ਨਹੀਂ ਸਕੇ। ਅਸੀਂ ਇੱਕ ਐਸਾ ਢਾਂਚਾ ਤਿਆਰ ਕਰਕੇ ਦੇ ਹੀ ਨਹੀਂ ਸਕੇ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਉੱਥੋਂ ਮਿਲਣੇ ਸੀਗੇ। ਇੱਦਾਂ ਅਸੀਂ ਕਰ ਹੀ ਨਹੀਂ ਸਕੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆ ਵੀ ਵਿਕਿਆ, ਉਹ ਵੀ ਵਿਕਿਆ, ਤਾਂ ਫਿਰ ਬਚਿਆ ਕੌਣ ਹੈ? ਅਗਰ ਅਸੀਂ ਵਾਹਿਗੁਰੂ 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 ਕਰਦੇ ਹਾਂ ਤਾਂ ਅਸੀਂ ਪਰਮਾਤਮਾ ਨੂੰ ਖੁਸ਼ ਕਰਦੇ ਹਾਂ? ਨਹੀਂ, ਪਰਮਾਤਮਾ ਦੀ ਇਹਦੇ 'ਚ ਕੋਈ ਖੁਸ਼ੀ ਨਹੀਂ। ਪਰਮਾਤਮਾ ਆਪਣੇ ਆਪ 'ਚ ਹੀ ਖੁਸ਼ ਹੈ। ਪਰਮਾਤਮਾ ਨੂੰ ਕਿਰਨਪ੍ਰੀਤ ਦੇ ਵਾਹਿਗੁਰੂ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਮੇਰੇ ਲਈ ਹੈ। ਜਦੋਂ ਤੁਹਾਡੇ ਅੰਦਰੋਂ ਨੈਗੇਟਿਵਿਟੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਖਤਮ ਹੋ ਗਿਆ, ਪ੍ਰੇਜ਼ ਵਰਦੀ ਹੋ ਗਏ, ਤੁਸੀਂ ਅਪਰੀਸ਼ੀਏਟ ਕਰਨ ਲੱਗ ਗਏ ਆਪਣੀਆਂ ਚੀਜ਼ਾਂ ਨੂੰ, ਤਾਂ ਆਪਣੇ ਆਪ ਹੀ ਤੁਸੀਂ ਗੁਰਬਾਣੀ ਹੋ ਗਏ। ਜਦੋਂ ਉਹ ਅਵਸਥਾ ਤੁਹਾਡੀ ਬਣ ਗਈ ਨਾ, ਉਦੋਂ ਫਿਰ ਭਾਈ ਤਾਰੂ ਸਿੰਘ ਵਾਂਗੂ ਖੋਪੜ ਲਹਾਏ ਜਾ ਸਕਦੇ ਆ, ਉਦੋਂ ਫਿਰ ਬੰਦ ਵੀ ਕਟਾਏ ਜਾ ਸਕਦੇ ਆ, ਉਦੋਂ ਫਿਰ ਦੇਗਾਂ ਵਿੱਚ ਵਿਬੜਿਆ ਜਾ ਸਕਦਾ, ਉਦੋਂ ਸਾਰਾ ਕੁਝ ਹੋ ਸਕਦਾ। ਆਮ ਬੰਦੇ ਦੇ ਵੱਸ ਦੀ ਇਹ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਸਪੈਸ਼ਲ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਆਪਾਂ ਇਹ ਪਹਿਲਾਂ ਤੈਅ ਕੀਤਾ ਸੀਗਾ ਸ਼ੁਰੂ ਕਰਦੇ ਹਾਂ ਕਿ ਅਸੀਂ 5 ਹਫ਼ਤੇ ਜਿਹੜਾ ਹੈ ਉਹ ਤੁਹਾਡੇ ਨਾਲ ਡਿਸਕਸ਼ਨ ਕਰਿਆ ਕਰਾਂਗੇ, ਔਰ 5ਵੇਂ ਹਫ਼ਤੇ ਤੋਂ ਬਾਅਦ ਜਿਹੜਾ 6ਵਾਂ ਹਫ਼ਤਾ ਹੈ ਉਸ ਦੇ ਵਿੱਚ ਤੁਹਾਡੇ ਜਿਹੜੇ ਸਵਾਲ ਜਵਾਬ ਨੇ ਉਹ ਆਪਾਂ ਲਿਆ ਕਰਾਂਗੇ। ਸੋ ਅੱਜ ਉਹ ਐਪੀਸੋਡ ਹੈ ਜਿਹਦੇ ਵਿੱਚ ਆਪਾਂ ਕੁਐਸਚਨ ਆਨਸਰਸ ਲੈਣੇ ਆ। ਪਰ ਆਪਣੇ ਪ੍ਰੋਗਰਾਮ ਵੱਲ ਵਧਣ ਤੋਂ ਪਹਿਲਾਂ ਮੈਂ ਆਪਣੀ ਇੱਕ ਬਹੁਤ ਵਧੀਆ ਜਿਹੜੀ ਇੱਕ ਇੰਪੋਰਟੈਂਟ ਖੁਸ਼ੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਮੇਰੀ ਖੁਸ਼ੀ ਇਹ ਹੈ ਕਿ ਮੈਂ ਜੋ ਚਾਹੁੰਦੀ ਸੀਗੀ ਕਿ ਆਪਾਂ ਇੱਕ ਡਾਇਲੋਗ ਫਾਰਮ ਦੇ ਵਿੱਚ ਗੱਲ ਕਰਨਾ ਸ਼ੁਰੂ ਕਰੀਏ, ਮੈਨੂੰ ਲੱਗਦਾ ਹੈ ਕਿ ਸ਼ਾਇਦ ਆਪਾਂ ਉਸ ਵੱਲ ਵੱਧ ਰਹੇ ਹਾਂ, ਕਿਉਂਕਿ ਜਿੰਨੇ ਇਸ ਪੁਰਾਣੇ ਕੁਛ ਐਪੀਸੋਡਸ ਦੇ ਉੱਪਰ ਜਿੰਨੇ ਤੁਹਾਡੇ ਸਾਨੂੰ ਮੈਸੇਜਿਸ ਆਏ ਨੇ, ਈਮੇਲਸ ਆਈਆਂ, ਔਰ ਜੋ ਸਾਨੂੰ ਫੋਨ ਕਾਲਸ ਆਈਆਂ, ਉਹ ਆਪਣੇ ਆਪ 'ਚ ਇਸ ਗੱਲ ਦਾ ਪ੍ਰਤੱਖ ਹੈਗੀਆਂ ਕਿ ਆਪਾਂ ਹੁਣ ਉਹ ਗੱਲਬਾਤ ਵੱਲ ਵੱਧ ਰਹੇ ਹਾਂ। ਆਪਾਂ ਉਸ ਦਿਸ਼ਾ ਵੱਲ ਜਾ ਰਹੇ ਹਾਂ ਜੋ ਮੈਂ ਚਾਹੁੰਦੀ ਸੀਗੀ ਕਿ ਗੱਲ ਤਾਂ ਹੋਵੇ ਘੱਟੋ ਘੱਟ, ਹੈ ਨਾ। ਸਹੀ ਗਲਤ ਉਹਦਾ ਫੈਸਲਾ ਬਾਅਦ 'ਚ ਆਪਾਂ ਕਰਦੇ ਰਹਾਂਗੇ, ਪਰ ਘੱਟੋ ਘੱਟ ਆਪਾਂ ਗੱਲ ਤਾਂ ਕਰੀਏ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਤੁਹਾਡੀ ਅਸਹਿਮਤੀ ਜਾਂ ਤੁਹਾਡਾ ਕੋਈ ਵੀ ਇੱਕ ਮੈਸੇਜ, ਚਾਹੇ ਤੁਸੀਂ ਉਹ YouTube ਦੇ ਕਮੈਂਟ ਸੈਕਸ਼ਨ ਵਿੱਚ ਹੀ ਛੱਡਦੇ ਹੋ, ਉਹ ਸਾਰੇ ਹੀ ਮੇਰੇ ਲਈ ਬਹੁਤ ਇੰਪੋਰਟੈਂਟ ਨੇ। ਕਿਉਂ ਇੰਪੋਰਟੈਂਟ ਨੇ? ਕਿਉਂਕਿ ਉਹਨਾਂ ਹੀ ਮੈਸੇਜਿਸ ਤੋਂ, ਉਹਨਾਂ ਕਮੈਂਟਸ ਤੋਂ ਮੈਨੂੰ ਇਹ ਪਤਾ ਲੱਗਦਾ ਕਿ ਮੇਰੀਆਂ ਕਮੀਆਂ ਕੀ ਆ, ਮੈਂ ਕਿੱਥੇ ਇੰਪਰੂਵ ਕਰਨਾ। ਪਰ ਉਹਦੇ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕਿਤੇ ਕੋਈ ਥਾਟ ਪ੍ਰੋਸੈਸ ਚੱਲ ਰਿਹਾ ਹੈ ਨਾ। ਉਹ ਥਾਟ ਪ੍ਰੋਸੈਸ ਕੀ ਆ, ਉਹਨਾਂ ਵਿੱਚੋਂ ਬੜਾ ਕੁਛ ਨਿਕਲ ਕੇ ਆਉਂਦਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੋਸ਼ਟੀ ਦਾ ਰਾਹ ਦਿਖਾਇਆ ਸੀ, ਅਸੀਂ ਉਹ ਗੋਸ਼ਟੀ ਦਾ ਰਾਹ ਕਿਤੇ ਛੱਡਿਆ ਏ। ਅਜੇ ਵੀ ਕਿਤੇ ਇੱਕਾ ਦੁੱਕਾ ਜਿਹੜੇ ਕਮੈਂਟ ਹੈਗੇ ਆ ਉਹ ਵਿੱਚ ਆ ਜਾਂਦੇ ਆ, ਜਾਂ ਈਮੇਲ ਤਾਂ ਨਹੀਂ ਕਹੂੰਗੀ ਜਾਂ ਫੋਨ 'ਤੇ ਤਾਂ ਨਹੀਂ ਕਹੂੰਗੀ, ਪਰ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਦੀ ਇੱਕ ਆਪਣੀ ਥਿੰਕਿੰਗ ਆ, ਬਟ ਦੈਟਸ ਓਕੇ, ਉਹ ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ। ਕੋਈ ਜਿਵੇਂ ਵੀ ਸੋਚ ਰਿਹਾ, ਜੋ ਵੀ ਕਰ ਰਿਹਾ, ਠੀਕ ਆ। ਬਸ ਆਪਾਂ ਇੱਕ ਗੋਸ਼ਟੀ ਦਾ ਰਾਹ ਫੜਨਾ ਸੀਗਾ। ਔਰ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਪਿੱਛੇ ਮੇਰੇ 2 ਮਕਸਦ ਸੀ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਪਹਿਲਾ ਮਕਸਦ ਸੀਗਾ, ਜਿਹੜਾ ਇੰਪੋਰਟੈਂਟ ਸੀ, ਉਹ ਇਹ ਸੀ ਕਿ ਆਪਾਂ ਗੋਸ਼ਟੀ ਵੱਲ ਵਧੀਏ। ਗੋਸ਼ਟੀ ਦਾ ਮਤਲਬ ਇਹ ਸੀ ਕਿ ਸਹਿਮਤ ਜਾਂ ਅਸਹਿਮਤ ਹੋਣ ਦੀ ਅਸੀਂ ਇੱਕ ਐਸਾ ਮੰਚ ਤਿਆਰ ਕਰ ਦਈਏ ਜਿਹਦੇ ਉੱਤੇ ਅਸਹਿਮਤ ਦੋਵੇਂ ਹੋਣ ਦੀ ਖੁੱਲ੍ਹ ਹੋਵੇ। ਤੁਹਾਡੇ ਸਵਾਲ ਜਿਹੜੇ ਆ ਉਹ ਐਸਾ ਨਾ ਲੱਗੇ, ਜਾਂ ਅਗਰ ਮੈਂ ਕੋਈ ਸਵਾਲ ਪੁੱਛਦੀ ਹਾਂ ਤਾਂ ਐਵੇਂ ਨਾ ਲੱਗੇ ਕਿ ਇਹ ਤਾਂ ਨਾਸਤਕ ਹੈ ਜੀ, ਜਾਂ ਇਹ ਵਟਐਵਰ ਜਿਹੜੇ ਵੀ ਆਪਾਂ ਲੇਬਲਸ ਦਿੰਦੇ ਆ, ਉਹ ਸਾਰਾ ਕੁਛ ਨਾ ਹੋਵੇ। ਇੱਕ ਐਸਾ ਮੰਚ ਜਿਹਦੇ ਉੱਤੇ ਅਸੀਂ ਆਪਣਾ ਕੋਈ ਵੀ ਸਵਾਲ ਲੈ ਕੇ ਆ ਸਕੀਏ, ਔਰ ਸਾਨੂੰ ਇਹ ਗੱਲ ਹੋਵੇ ਕਿ ਅਗਰ ਅਸੀਂ ਇਹ ਸਵਾਲ ਪੁੱਛਿਆ ਅਤੇ ਅਗਰ ਜਵਾਬ ਨਹੀਂ ਮਿਲਿਆ ਤਾਂ ਘੱਟੋ ਘੱਟ ਮੇਰੀ ਤੋਹੀਨ ਵੀ ਨਹੀਂ ਹੋਊਗੀ, ਮੇਰੀ ਬੇਇੱਜ਼ਤੀ ਵੀ ਨਹੀਂ ਹੋਊਗੀ। ਔਰ ਇੱਕ ਐਸਾ ਮੰਚ ਹੋਵੇ ਜਿਹਦੇ ਉੱਤੇ ਅਸੀਂ ਖੁੱਲ੍ਹ ਕੇ ਆਪਣੀ ਗੱਲ ਕਰਨ ਦੇ ਵਾਸਤੇ ਆਪਾਂ ਘੱਟੋ ਘੱਟ ਐਲੀਜੀਬਲ ਤਾਂ ਹੋਈਏ ਨਾ। ਇੱਕ ਇਹ ਬਹੁਤ ਜ਼ਰੂਰੀ ਸੀਗਾ ਕਿ ਇਹ ਗੋਸ਼ਟੀ ਵਾਲਾ, ਕਿਉਂਕਿ ਇਹਦੇ ਨਾਲ, ਗੋਸ਼ਟੀ ਦੇ ਨਾਲ ਹੀ ਇੱਕ ਗੱਲ ਹੋਰ ਵੀ ਆਉਂਦੀ ਆ। ਜਦੋਂ ਅਸੀਂ ਇਸੇ ਮੰਚ ਦੇ ਉੱਤੇ ਮੈਂ ਇੱਕ ਐਸਾ ਪਲੇਟਫਾਰਮ ਵੀ ਤਿਆਰ ਕਰਨਾ ਚਾਹੁੰਦੀ ਸੀ ਜਿਹਦੇ ਉੱਤੇ ਅਸੀਂ ਅਗਰ ਆਪਾਂ ਗੱਲ ਕਰੀਏ ਤਾਂ
ਜਿਹੜਾ ਵੀ ਲੌਜੀਕਲੀ ਸਟੈਂਡ ਨਾ ਕਰਦਾ ਹੋਵੇ, ਜੇ ਤੁਸੀਂ ਮੇਰੀ ਕਿਸੇ ਗੱਲ ਨਾਲ ਸਹਿਮਤ ਨਹੀਂ ਔਰ ਤੁਸੀਂ ਉਸ ਗੱਲ ਦੇ ਬਾਰੇ ਮੈਨੂੰ ਦੱਸਦੇ ਆ ਕਿ ਤੇਰੇ ਇਸ ਗੱਲ ਨਾਲ ਸਹਿਮਤ ਨਹੀਂ, ਅਤੇ ਜੇ ਮੈਨੂੰ ਲੱਗਦਾ ਕਿ ਤੁਸੀਂ ਸਹੀ ਕਹਿ ਰਹੇ, ਯੂ ਆਰ ਮੇਕਿੰਗ ਮੋਰ ਸੈਂਸ, ਤਾਂ ਮੈਨੂੰ ਉਹ ਗੱਲ ਮੰਨਣ ਦੇ ਵਿੱਚ ਆਪਣੀ ਹਾਰ ਫੀਲ ਨਾ ਹੋਵੇ। ਸਾਡੀ ਪ੍ਰੋਬਲਮ ਕੀ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਹਾਰ ਜਿੱਤ ਨਾਲ ਜੋੜ ਲਿਆ। ਜੇ ਮੈਂ ਇੱਕ ਸੈਂਟੈਂਸ ਬੋਲ ਦਿੱਤਾ, ਕੁਛ ਬੋਲ ਦਿੱਤਾ ਔਰ ਅਗਲੇ ਨੂੰ ਲੱਗਾ ਕਿ ਨਹੀਂ ਇਹ ਗਲਤ ਆ, ਅਤੇ ਉਹਨੇ ਆਪਣੀ ਕੋਈ ਅਗਰ ਗੱਲ ਦੱਸੀ ਤਾਂ ਮੈਨੂੰ ਇਹ ਲੱਗਣ ਲੱਗ ਜਾਣਾ ਕਿ ਇਹ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਜਿਹੜੀ ਹਾਰ ਜਿੱਤ ਦੀ ਗੱਲ ਆ ਨਾ, ਉਹ ਇੱਥੇ ਮੈਂ ਉਹ ਖ਼ਤਮ ਕਰਨਾ ਚਾਹੁੰਦੀ ਸੀਗੀ ਕਿ ਇਹ ਸਿਰਫ ਇੱਕ ਡਿਸਕਸ਼ਨ ਆ ਔਰ ਡਿਸਕਸ਼ਨ ਦੇ ਵਿੱਚ ਕੋਈ ਵੀ ਸਹੀ ਜਾਂ ਗਲਤ ਹੋ ਸਕਦਾ। ਜਿਹੜਾ ਗਲਤ ਆ ਉਹ ਮੰਨ ਜਾਵੇ। ਸਾਨੂੰ ਆਪਣੀ ਈਗੋ ਬਹੁਤ ਛੋਟੀ ਕਰਨੀ ਸੀ ਔਰ ਮੈਨੂੰ ਲੱਗਦਾ ਕਿ ਇਸ ਮੰਚ ਦੇ ਉੱਤੇ ਹੁਣ ਇੱਕ ਐਸਾ ਮੰਚ ਤਿਆਰ ਹੋ ਰਿਹਾ ਜਿੱਥੇ ਆਪਾਂ ਇਹੋ ਜਿਹਾ ਇੱਕ ਮਾਹੌਲ ਸਿਰਜ ਲਵਾਂਗੇ। ਦੂਸਰਾ ਜਿਹੜਾ ਮੇਰਾ ਇੰਪੋਰਟੈਂਟ ਮਕਸਦ ਸੀਗਾ ਉਹ ਸੀਗਾ ਕਿ ਜਦੋਂ ਮੈਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਇੱਕ ਪ੍ਰੋਗਰਾਮ ਤਿਆਰ ਕਰੋ, ਤਾਂ ਮੈਨੂੰ ਇਹ ਲੱਗਾ ਸੀਗਾ ਕਿ ਪ੍ਰੋਗਰਾਮ ਕਾਹਦੇ ਵਾਸਤੇ, ਕਾਹਦੇ ਉੱਤੇ, ਤਾਂ ਮੈਨੂੰ ਇਹ ਲੱਗਾ ਸੀਗਾ ਕਿ ਇਸ ਚੀਜ਼ ਦੀ ਬਹੁਤ ਇੰਪੋਰਟੈਂਟ ਹੈ। ਸਾਡੀ ਕੌਮ ਦੇ ਵਿੱਚ ਦੁਵਿਧਾਵਾਂ ਬਹੁਤ ਪੈ ਗਈਆਂ। ਹੁਣ ਦੁਵਿਧਾਵਾਂ ਕਿਉਂ ਪਈਆਂ, ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਆ, ਕਿਉਂਕਿ ਸਾਡੇ ਵਿੱਚ ਉਹੀ ਗੱਲ ਪਹਿਲੀ ਜਿਹੜੀ ਮੈਂ ਕਹੀ, ਹਾਰ ਜਿੱਤ ਦਾ ਸਿਲਸਿਲਾ ਬਣ ਗਿਆ। ਟੀਮ ਏ ਹੈ, ਉਹ ਕੁਛ ਕਰਦੀ ਹੈ ਤਾਂ ਟੀਮ ਬੀ ਕਹਿ ਦਿੰਦੀ ਹੈ ਨਹੀਂ ਜੀ ਇਹ ਪਖੰਡੀ ਹੈ, ਇਹ XYZ, ਉਹਨਾਂ ਦੇ ਉੱਤੇ ਜਿਹੜੇ ਵੀ ਦੂਸ਼ਣ ਲਗੂ ਕੇ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਦੇ ਉੱਤੇ ਇਹ ਅਨਪੜ੍ਹ ਹੈ, ਇਹ ਮੰਗ ਖਾਣੇ ਹੈ, ਐਕਸੈਕਟਰਾ ਜੋ ਵੀ ਬੋਲ ਕੇ ਉਹਨਾਂ ਨੂੰ ਇੱਕ ਪਾਸੇ ਉਹਨਾਂ ਨੂੰ ਖੰਡਿਤ ਕਰਤਾ ਜਾਂਦਾ। ਜਿਹੜਾ ਹੁਣ ਟੀਮ ਏ ਆ, ਜੋ ਟੀਮ ਬੀ ਬੋਲਦੀ ਆ, ਉਹ ਉਹਦੇ ਅਗੇਂਸਟ ਬੋਲਦੇ ਆ। ਇਹਦੇ ਨਾਲ ਹੁੰਦਾ ਕੀ ਆ, ਇੱਕ ਹੋਰ ਬਹੁਤ ਵਧੀਆ ਅੱਖਰ ਆਪਾਂ ਲੈ ਲਿਆ, ਸੋਲਡ, ਵਿਕਿਆ ਹੋਇਆ ਬੰਦਾ। ਟੀਮ ਬੀ ਕਹਿੰਦੀ ਇਹ ਤਾਂ ਜੀ ਟੀਮ ਏ ਵਿਕੀ ਹੋਈ ਆ, ਟੀਮ ਏ ਕਹਿੰਦੀ ਟੀਮ ਬੀ ਵਿਕੀ ਹੋਈ ਆ। ਹੁੰਦਾ ਕੀ ਆ, ਜਿਹੜਾ ਸਾਡਾ ਯੂਥ ਹੈ ਨਾ ਉਹ ਕਨਫਿਊਜ਼ਨ 'ਚ ਪੈ ਜਾਂਦਾ। ਉਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਕਿਹੜਾ ਵਿਕਿਆ, ਕਿਉਂਕਿ ਜਿਹੜਾ ਬੱਚਾ, ਜਿਹੜਾ ਯੰਗਸਟਰ ਇਸ ਪਾਰਟੀ ਪੋਲੀਟਿਕਸ ਤੋਂ, ਧੜੇਬਾਜ਼ੀਆਂ ਤੋਂ ਬਹੁਤ ਦੂਰ ਕਿਤੇ ਬੈਠਾ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ ਨਾ, ਜਿਹੜੀ ਇਹ ਟੀਮ ਦੇ ਕਿਸੇ ਬਾਬਾ ਜੀ ਜਾਂ ਕਿਸੇ ਬੁੱਧੀਜੀਵੀ ਜਾਂ ਕਿਸੇ ਨੂੰ ਨਹੀਂ ਸੁਣ ਰਿਹਾ, ਉਹਨੂੰ ਲੱਗਦਾ ਕਿ ਉਹ ਸਹੀ ਗੱਲ ਕਹਿ ਰਹੇ ਆ। ਪਰ ਜਦੋਂ ਟੀਮ ਬੀ ਵਾਲੇ ਕਹਿੰਦੇ ਉਹ ਵਿਕੇ ਹੋਏ ਆ, ਤਾਂ ਫਿਰ ਉਹ ਟੀਮ ਬੀ ਨੂੰ ਸੁਣਨ ਲੱਗਦਾ। ਫਿਰ ਟੀਮ ਬੀ ਜਦੋਂ ਉਹ ਆਪਣੀਆਂ ਗੱਲਾਂ ਦੱਸਦੇ ਤਾਂ ਕਹਿੰਦੇ ਟੀਮ ਏ ਵਾਲੇ ਕਹਿੰਦੇ ਕਿ ਉਹ ਵਿਕੇ ਹੋਏ ਆ। ਉਹ ਜਿਹੜਾ ਇੱਕ ਯੰਗਸਟਰ ਹੈ ਨਾ ਉਹ ਕਨਫਿਊਜ਼ ਹੋ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ ਮੈਂ ਕਿੱਥੇ ਜਾਵਾਂ, ਔਰ ਉਸੇ ਦੇ ਵਿੱਚੋਂ ਸਾਰੀਆਂ ਪ੍ਰੋਬਲਮਸ ਨਿਕਲ ਕੇ ਆਉਂਦੀਆਂ। ਜਦੋਂ ਵੀ ਅਸੀਂ ਇਹ ਗੱਲ ਕਹਿੰਦੇ ਆ ਕਿ ਫਲਾਣੀ ਜਗ੍ਹਾ ਦੇ ਉੱਤੇ ਇੱਕ ਇੰਟਰਵਿਊ ਹੋਈ, ਬੱਚਿਆਂ ਨੂੰ ਸਵਾਲ ਪੁੱਛੇ ਕਿ ਬੱਚਿਆਂ ਨੂੰ ਕੁਛ ਪਤਾ ਨਹੀਂ ਲੱਗਾ, ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਗੁਰੂਆਂ ਦੇ ਨਾਮ ਕੀ ਨੇ, ਤਾਂ ਉਹਦੇ ਵਿੱਚ ਫੇਲੀਅਰ ਸਾਡਾ ਹੈ, ਬੱਚਿਆਂ ਦਾ ਨਹੀਂ ਫੇਲੀਅਰ, ਕਿਉਂਕਿ ਅਸੀਂ ਉਹਨਾਂ ਨੂੰ ਇੱਕ ਮਾਰਗ ਦੇ ਹੀ ਨਹੀਂ ਸਕੇ। ਅਸੀਂ ਇੱਕ ਐਸਾ ਢਾਂਚਾ ਤਿਆਰ ਕਰਕੇ ਦੇ ਹੀ ਨਹੀਂ ਸਕੇ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਉੱਥੋਂ ਮਿਲਣੇ ਸੀਗੇ। ਇੱਦਾਂ ਅਸੀਂ ਕਰ ਹੀ ਨਹੀਂ ਸਕੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆ ਵੀ ਵਿਕਿਆ, ਉਹ ਵੀ ਵਿਕਿਆ, ਤਾਂ ਫਿਰ ਬਚਿਆ ਕੌਣ ਹੈ ਨਾ। ਆਪਾਂ ਸਾਰਾ ਕੁਝ ਹੀ ਇੱਕ ਲੇਬਲਸ ਦੇ ਵਿੱਚ ਬੰਨ੍ਹ ਕੇ ਰੱਖ ਦਿੱਤਾ। ਇਸ ਮੰਚ ਦੇ ਜ਼ਰੀਏ, ਇਸ ਪਲੇਟਫਾਰਮ ਦੇ ਜ਼ਰੀਏ, ਕਿਉਂਕਿ ਅਕਾਲ ਚੈਨਲ ਦੀ ਵੀ ਮੈਂ ਬੜੀ ਰਿਣੀ ਆ ਇਸ ਗੱਲ ਦੇ ਉੱਤੇ ਕਿ ਉਹਨਾਂ ਨੇ ਮੈਨੂੰ ਅਗਰ ਕਿਹਾ ਤਾਂ ਇਹ ਸਾਡੇ ਸਾਰਿਆਂ ਵਾਸਤੇ ਬੜਾ ਇੰਪੋਰਟੈਂਟ ਇੱਕ ਫੈਸਲਾ ਸੀਗਾ ਕਿ ਇਹੋ ਜਿਹਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਸੋ ਇਹਦੇ ਨਾਲ ਹੀ ਮੈਂ ਇੱਕ ਹੋਰ ਜਿਹੜੀ ਈਮੇਲ ਸਾਨੂੰ ਆਈ ਸੀ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਸਾਨੂੰ ਦਰਸ਼ਨ ਸਿੰਘ ਬੰਬਰਾ ਹੁਣੀ ਲਿਖਦੇ ਨੇ ਸਾਊਥ ਹਾਲ ਤੋਂ, ਉਹਨਾਂ ਨੇ ਸਾਨੂੰ ਈਮੇਲ ਲਿਖੀ ਅਤੇ ਉਹਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਨ ਦੇ ਨਾਲ ਇੱਕ ਬੜੀ ਇੰਪੋਰਟੈਂਟ ਗੱਲ ਹੋਰ ਲਿਖੀ ਕਿ ਇਹ ਜਿਹੜਾ ਪ੍ਰੋਗਰਾਮ ਇੰਪੋਰਟੈਂਟ ਕਿਉਂ ਹੈ, ਕਿਉਂਕਿ ਉਹ ਕਹਿੰਦੇ ਕਿ ਜਿਹੜੇ ਉਹਨਾਂ ਨੇ ਕਿਸੇ ਬੱਚੇ ਦਾ ਜ਼ਿਕਰ ਕੀਤਾ ਜਿਹੜਾ ਸੁਸਾਈਡ ਕਰ ਗਿਆ ਸਿਰਫ ਇਸ ਕਰਕੇ ਕਿਉਂਕਿ ਉਹ ਆਪਣੀ ਫੇਥ ਰਿਲੇਟਡ ਆਨਸਰਸ ਨਹੀਂ ਦੇ ਪਾਇਆ। ਉਹਨੂੰ ਪਤਾ ਨਹੀਂ ਸੀਗੇ, ਉਹਦੇ ਕੋਲ ਕੁਝ ਸਵਾਲ ਕੀਤੇ ਕਿ ਉਹਦੇ ਫੇਥ ਰਿਲੇਟਡ ਅਤੇ ਉਹਦੇ ਕੋਲ ਆਨਸਰ ਹੀ ਨਹੀਂ ਸੀ, ਇਸ ਕਰਕੇ ਉਹ ਸੁਸਾਈਡ ਕਰ ਗਿਆ। ਮੈਨੂੰ ਇੱਕਦਮ ਉਹ ਸਟਰਾਈਕ ਕੀਤੀ ਗੱਲ, ਕਿਉਂਕਿ ਮੈਂ ਅਕਸਰ ਇਹ ਗੱਲ ਸੋਚਦੀ ਹੁੰਦੀ ਹਾਂ ਕਿ ਜਦੋਂ ਬੱਚੇ ਸਾਡੇ ਜਵਾਬ ਨਹੀਂ ਦੇ ਪਾਉਣਗੇ ਤਾਂ ਉਹ ਕੀ ਕਰਿਆ ਕਰਨਗੇ। ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਆਈ ਓਪਨਿੰਗ ਸੀ। ਮੈਂ ਉਹਨਾਂ ਦੀ ਬੰਬਰਾ ਸਾਹਿਬ ਦੀ ਬਹੁਤ ਆਭਾਰੀ ਹਾਂ ਕਿ ਉਹਨਾਂ ਸਾਨੂੰ ਇਹ ਈਮੇਲ ਲਿਖੀ ਔਰ ਦੱਸਿਆ, ਕਿਉਂਕਿ ਅੱਗੇ ਜਦੋਂ ਜਾਵਾਂਗੇ ਨਾ ਤਾਂ ਸਾਡੇ ਬੱਚਿਆਂ ਵਿੱਚ ਆਈਡੈਂਟੀਟੀ ਕੌਨਫਲਿਕਟ ਪੈ ਜਾਣਗੇ। ਦੇਖੋ ਤੁਸੀਂ ਉਹਨਾਂ ਨੂੰ ਵੱਡੇ ਕਰਦੇ ਹੋ ਇਹ ਕਹਿ ਕੇ ਤੁਸੀਂ ਸਿੱਖ ਹੋ, ਔਰ ਸਿੱਖੀ ਬਾਰੇ ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਪਤਾ ਕਿਉਂ ਨਹੀਂ? ਕਿਉਂਕਿ ਅਸੀਂ ਆਪ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ। ਜਿਨ੍ਹਾਂ ਨੇ ਸਾਨੂੰ ਰਾਹ ਦਿਖਾਉਣਾ ਸੀ ਉਹ ਧੜਿਆਂ ਵਿੱਚ ਵੰਡੇ ਹੋਏ ਆ। ਤਾਂ ਉਹਨਾਂ ਬੱਚਿਆਂ ਦੇ ਵਿੱਚ ਆਈਡੈਂਟੀਟੀ ਕੌਨਫਲਿਕਟ ਆ ਜਾਊਗਾ ਕਿ ਜਿਸ ਚੀਜ਼ ਦੇ ਉੱਪਰ ਮੈਂ ਖੜ੍ਹਾ ਹਾਂ ਅਗਰ ਉਹ ਹੈ ਹੀ ਨਹੀਂ, ਮੇਰੇ ਕੋਲ ਜਵਾਬ ਹੀ ਨਹੀਂ, ਮੈਂ ਕਰਾਂ ਕੀ? ਸੋ ਜਾਂ ਤਾਂ ਉਹ ਡਿਪਰੈਸ਼ਨ 'ਚ ਜਾਣਗੇ ਜਾਂ ਫਿਰ ਉਹ ਤੁਹਾਡੇ ਰਾਹ ਤੋਂ ਪਰੇ ਹੋ ਜਾਣਗੇ, ਹੋਰ ਕੋਈ ਰਾਹ ਲੱਭਣਗੇ, ਹੋਰ ਕੋਈ ਵਸੀਲੇ ਲੱਭਣਗੇ, ਅਤੇ ਜਾਂ ਫਿਰ ਉਹ ਸੁਸਾਈਡ ਵੱਲ ਵਧਣਗੇ। ਇਸ ਕਰਕੇ ਬੜਾ ਇੰਪੋਰਟੈਂਟ ਆ ਕਿ ਅਸੀਂ ਧੜਿਆਂ 'ਚੋਂ ਬਾਹਰ ਨਿਕਲ ਕੇ ਇੱਕ ਸਾਂਝਾ ਪਲੇਟਫਾਰਮ ਖੜ੍ਹਾ ਕਰੀਏ ਜਿੱਥੇ ਬੱਚਿਆਂ ਨੂੰ ਅਸੀਂ ਇਹ ਸੇਧ ਦਈਏ ਕਿ ਨਹੀਂ, ਐਵਰੀਥਿੰਗ ਇਜ਼ ਓਕੇ, ਸਭ ਠੀਕ ਆ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਹੁਣ ਇਹ ਤਾਂ ਸੀ ਮੇਰੇ ਮਕਸਦ।
ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਆਪਣੀ ਕੁਝ ਕੁ ਬੇਨਤੀਆਂ ਜ਼ਰੂਰੀ ਨੇ ਜਿਹੜੀਆਂ ਮੈਂ ਕਰਨੀਆਂ ਚਾਹੁੰਦੀ ਹਾਂ। ਉਹ ਪਹਿਲੀ ਬੇਨਤੀ ਤਾਂ ਇਹ ਹੈ ਜੀ ਕਿ ਜਦੋਂ ਵੀ ਤੁਸੀਂ ਸਾਨੂੰ ਈਮੇਲ ਲਿਖੋ ਜਾਂ ਤੁਸੀਂ ਸਾਨੂੰ ਆਪਣੀ ਕੋਈ ਵੀ ਗੱਲ ਦੱਸਣਾ ਚਾਹੋ ਜਾਂ ਫ਼ੋਨ ਕਰੋ ਤਾਂ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਜੀ, ਕਿਉਂਕਿ ਇਹ ਬਹੁਤ ਜ਼ਰੂਰੀ ਆ। ਮੈਂ ਸਿੱਖਾਂ ਨੂੰ ਇੱਕ ਫੈਮਿਲੀ ਵਾਂਗੂ ਲੈਂਦੀ ਹੁੰਦੀ ਹਾਂ, ਕਿਉਂਕਿ ਵੈਸੇ ਤਾਂ ਸਾਰੇ ਗਲੋਬਲ ਸਿਟੀਜ਼ਨ ਆ ਆਪਾਂ, ਹਰ ਕੋਈ, ਕਿਉਂਕਿ ਗੁਰੂ ਮਹਾਰਾਜ ਕਹਿ ਗਏ ਨੇ ਏਕ ਨੂਰ ਤੇ ਸਭ ਜਗ ਉਪਜਿਆ, ਤਾਂ ਸਾਰੇ ਹੀ ਸਾਡੇ ਆਪਣੇ ਨੇ। ਪਰ ਜਦੋਂ ਮੈਂ ਕਿਸੇ ਪੱਗ ਵਾਲੇ ਨੂੰ ਦੇਖਦੀ ਹਾਂ ਨਾ, ਜਦੋਂ ਮੈਨੂੰ ਯਾਦ ਆ ਜਿਸ ਦਿਨ ਮੈਂ ਪਹਿਲੀ ਵਾਰੀ ਬਰਮਿੰਘਮ ਉਤਰੀ ਸੀਗੀ ਤਾਂ ਮੈਨੂੰ ਨਹੀਂ ਸੀ ਪਤਾ ਕਿ ਟਰੋਲੀ ਲੈਣ ਵਾਸਤੇ ਵਿੱਚ 1 ਪਾਊਂਡ ਪਾਈਦਾ ਆ, ਅਤੇ ਮੇਰੇ ਕੋਲ ਸਾਰੇ ਜਿਹੜੇ ਨੋਟ ਸੀਗੇ ਹੈ ਨਾ, ਮੇਰੇ ਕੋਲ ਖੁੱਲ੍ਹਾ ਪਾਊਂਡ ਤਾਂ ਸੀਗਾ ਹੀ ਨਹੀਂ, ਅਤੇ ਮੈਨੂੰ ਸਮਝ ਨਾ ਲੱਗੇ ਹੁਣ ਮੈਂ ਕਰਾਂ ਕੀ। ਅਤੇ ਉੱਥੇ ਜਦੋਂ ਮੈਂ ਇੱਕ ਪੱਗ ਵਾਲੇ ਨੂੰ ਦੇਖਿਆ ਸੀ ਨਾ, ਅਤੇ ਮੈਨੂੰ ਉਸੇ ਵੇਲੇ ਲੱਗਾ ਕਿ ਇਹ ਮੇਰੇ 'ਚੋਂ ਆ ਹੈ ਨਾ, ਇਹ ਮੇਰੇ ਫੈਮਿਲੀ ਮੈਂਬਰ ਆ, ਮੈਂ ਇਹਨਾਂ ਨਾਲ ਗੱਲ ਕਰ ਸਕਦੀ ਹਾਂ। ਅਤੇ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਚਾਹੀਦਾ ਜੀ, ਮਤਲਬ ਮੇਰੇ ਕੋਲ ਤੁਸੀਂ 10 ਪਾਊਂਡ ਲੈ ਲਓ, ਮੈਨੂੰ ਛੁੱਟੇ ਦੇ ਦਿਓ ਇਫ ਯੂ ਹੈਵ, ਤਾਂ ਉਹਨਾਂ ਮੈਨੂੰ ਕਿਹਾ ਕੋਈ ਗੱਲ ਨਹੀਂ ਪੁੱਤਰ, ਤੂੰ ਆ ਲੈ ਫੜ 1 ਪਾਊਂਡ ਅਤੇ ਤੂੰ ਆਪਣੀ ਟਰਾਲੀ ਲੈ ਲਾ। ਉਹ ਇੱਕ ਫੈਮਿਲੀ ਆ ਸਾਡੀ, ਅਸੀਂ ਪੂਰੇ ਇੱਕ ਫੈਮਿਲੀ ਦਾ ਹਿੱਸਾ ਹੈ, ਇੱਕ ਮੈਂਬਰਸ ਹਾਂ ਫੈਮਿਲੀ ਦੇ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਸੰਬੋਧਨ ਕਰੀਏ ਤਾਂ ਘੱਟੋ ਘੱਟ ਇੱਕ ਦੂਸਰੇ ਦਾ ਨਾਮ ਤਾਂ ਪਤਾ ਹੋਵੇ ਨਾ। ਜਦੋਂ ਤੁਸੀਂ ਮੇਰੇ ਕੋਲੋਂ ਸਵਾਲ ਪੁੱਛਦੇ ਹੋ, ਤੁਹਾਡੇ ਸਵਾਲ ਮੇਰੇ ਸਿਰ ਮੱਥੇ, ਤੁਹਾਡੀਆਂ ਟਿੱਪਣੀਆਂ, ਤੁਹਾਡੀਆਂ ਸਹਿਮਤੀਆਂ, ਅਸਹਿਮਤੀਆਂ ਸਭ ਮੇਰੇ ਸਿਰ ਮੱਥੇ, ਪਰ ਮੈਨੂੰ ਦੱਸਿਆ ਜ਼ਰੂਰ ਕਰੋ ਜੇ, ਕਿਉਂਕਿ ਇਹ ਮੇਰੇ ਲਈ ਇੰਪੋਰਟੈਂਟ ਹੈ। ਹੋ ਸਕਦਾ ਤੁਹਾਡੇ ਲਈ ਇੰਪੋਰਟੈਂਟ ਨਾ ਹੋਵੇ, ਪਰ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਕਿ ਮੈਂ ਗੱਲ ਕਿਹਦੇ ਨਾਲ ਕਰ ਰਹੀ ਹਾਂ। ਸੋ ਆਪਣਾ ਨਾਮ ਜ਼ਰੂਰ ਦੱਸਿਆ ਕਰੋ। ਦੂਸਰੀ ਜਿਹੜੀ ਮੇਰੀ ਬੇਨਤੀ ਆ ਉਹ ਇਹ ਹੈ, ਮੈਨੂੰ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ YouTube ਦੇ ਕਮੈਂਟ ਸੈਕਸ਼ਨ 'ਚੋਂ ਮਿਲਦੇ ਨੇ। ਹੁਣ ਇੱਕ ਗੱਲ ਦਾ ਮੈਂ ਤੁਹਾਨੂੰ, ਇਹ ਮੇਰੀ ਤੁਸੀਂ ਕਮੀ ਕਹਿ ਲਓ ਕਿ ਮੈਂ YouTube ਦੇ ਕਮੈਂਟ ਬਹੁਤ ਜ਼ਿਆਦਾ ਨਹੀਂ ਪੜ੍ਹਦੀ, ਕਿਉਂਕਿ ਇੰਨਾ ਵਕਤ ਨਹੀਂ ਹੁੰਦਾ। ਮੇਰੀ ਆਪਣੀ PhD ਦਾ ਵੀ ਕੰਮ ਹੈ, ਹੋਰ ਵੀ ਬਹੁਤ ਸਾਰੇ ਕੰਮ ਹੈ। ਮੈਨੂੰ ਕਦੀ ਕੋਈ ਜਿਹੜੇ ਮੇਰੇ ਸਟੂਡੈਂਟਸ ਆ ਜਾਂ ਜੋ ਵੀ ਜਿਹੜੇ ਵੀ ਮੈਨੂੰ ਸੁਣਦੇ ਆ, ਉਹਨਾਂ ਦੇ ਵਿੱਚੋਂ ਕੋਈ ਮੈਨੂੰ ਉਹਨਾਂ ਦੇ ਸਕਰੀਨਸ਼ਾਟ ਲੈ ਕੇ ਭੇਜ ਦਿੰਦਾ, ਫਿਰ ਮੈਨੂੰ ਪਤਾ ਲੱਗਦਾ ਕਿ ਅੱਛਾ ਆਹ ਵੀ ਸਵਾਲ ਹੈਗੇ ਆ। ਸੋ ਜ਼ਰੂਰੀ ਨਹੀਂ ਕਿ ਜਿਹੜੇ YouTube ਦੇ ਵਿੱਚ ਕਮੈਂਟ ਸੈਕਸ਼ਨ ਦੇ ਉੱਤੇ ਤੁਸੀਂ ਸਵਾਲ ਲਿਖੋ ਉਹ ਸਾਡੇ ਤੱਕ ਪਹੁੰਚ ਹੀ ਜਾਣ। ਇਸ ਕਰਕੇ ਕੋਸ਼ਿਸ਼ ਇਹ ਕਰਿਆ ਕਰੋ ਕਿ ਜਦੋਂ ਵੀ ਤੁਸੀਂ ਕੁਐਸਚਨ ਕਰਨਾ ਆ ਤਾਂ kirdare-khalsa@akalchannel.tv ਦੇ ਉੱਪਰ ਸਾਨੂੰ ਲਿਖ ਕੇ ਆਪਣਾ ਜਵਾਬ ਭੇਜਿਆ ਕਰੋ, ਆਪਣਾ ਸਵਾਲ ਪੁੱਛਿਆ ਕਰੋ। ਉਹਦੇ 2 ਫਾਇਦੇ ਆ। ਇੱਕ ਤਾਂ ਇਹ ਕਿ ਤੁਹਾਡਾ ਸਵਾਲ ਸਾਡੇ ਤੱਕ ਪਹੁੰਚ ਜ਼ਰੂਰ ਜਾਊਗਾ ਔਰ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਮੇਰੇ ਸਵਾਲ ਨੂੰ ਇਹ ਬੀਬੀ ਜਿਹੜੀ ਇਗਨੋਰ ਕਰ ਗਈ, ਇਹ ਨਹੀਂ ਲੱਗੂਗਾ। ਦੂਸਰੀ ਗੱਲ ਇਹ ਹੋਊਗੀ ਕਿ ਮੰਨ ਲਓ ਕਿ ਤੁਸੀਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਕਿ 5 ਹਫ਼ਤਿਆਂ ਤੋਂ ਬਾਅਦ ਅਸੀਂ ਇਹ ਕੰਮ ਕਰਨਾ ਹੁੰਦਾ, ਬੋਲਣਾ ਹੁੰਦਾ, ਸਵਾਲ ਜਵਾਬ ਲੈਣੇ ਹੁੰਦੇ ਆ। ਹੁਣ ਮੰਨ ਲਓ ਕਿ ਉਹ ਜਿਹੜਾ 6ਵੇਂ ਹਫ਼ਤੇ ਵਾਲਾ ਐਪੀਸੋਡ ਆ ਤੁਸੀਂ ਮਿਸ ਕਰ ਗਏ ਔਰ ਮੈਂ ਤੁਹਾਡਾ ਜਵਾਬ ਉਹਦੇ 'ਚ ਦਿੱਤਾ ਜਾਂ ਇਹ ਦੱਸਿਆ ਕਿ ਮੈਂ ਨਹੀਂ ਦੇ ਪਾਈ, ਤਾਂ ਉਹ ਤੁਹਾਡੇ ਤੱਕ ਪਹੁੰਚਣਾ ਨਹੀਂ ਹੈ ਨਾ। ਤਾਂ ਇਸ ਕਰਕੇ ਜੇ ਤੁਸੀਂ ਸਾਨੂੰ ਈਮੇਲ ਕੀਤੀ ਹੋਊਗੀ ਨਾ, ਤਾਂ ਉਹਦੇ ਨਾਲ ਇਹ ਹੋਊਗਾ ਕਿ ਜੋ ਵੀ ਆਨਸਰ ਹੋਣਗੇ ਅਸੀਂ ਤੁਹਾਨੂੰ ਉਹਨਾਂ ਦਾ ਲਿੰਕ ਵੀ ਸੈਂਡ ਕਰ ਸਕਦੇ ਹਾਂ, ਅਸੀਂ ਤੁਹਾਨੂੰ ਉਹਨਾਂ ਦੇ ਜਵਾਬ ਸੈਂਡ ਕਰ ਸਕਦੇ ਹਾਂ। ਅਗਰ ਮੈਨੂੰ ਲੱਗਦਾ ਹੋਊਗਾ ਕਿ ਉਹ ਤੁਹਾਡਾ ਇਕੱਲਿਆਂ ਦਾ ਹੀ ਸਵਾਲ ਹੈ ਨਾ, ਜਾਂ ਇਹ ਪੂਰੀ ਸੰਗਤ ਦੇ ਨਾਲ ਨਹੀਂ ਸ਼ੇਅਰ ਕਰ ਸਕਦੇ, ਤਾਂ ਮੈਂ ਤੁਹਾਨੂੰ ਪਰਸਨਲੀ ਜਵਾਬ ਦੇ ਦੂੰਗੀ। ਸੋ ਇਸ ਕਰਕੇ ਸਾਨੂੰ ਜਦੋਂ ਵੀ ਤੁਸੀਂ ਆਪਣਾ ਸਵਾਲ ਲਿਖੋ, ਤੁਹਾਡਾ ਕੋਈ ਤੁਹਾਡੀ ਆਪਣਾ ਤੁਹਾਨੂੰ ਲੱਗਦਾ ਕਿ ਮੇਰਾ ਪਰਸਨਲ ਕੁਐਸਚਨ ਹੈ, ਮੈਂ ਸੰਗਤ ਸਾਹਮਣੇ ਨਹੀਂ ਰੱਖਣਾ, ਤਦ ਵੀ ਤੁਸੀਂ ਸਾਨੂੰ ਲਿਖ ਕੇ ਪਾਓ ਔਰ ਮੈਂ ਉਹਦਾ ਜਵਾਬ ਜ਼ਰੂਰ ਦਊਂਗੀ। ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਡੀ ਹਰ ਇੱਕ ਈਮੇਲ ਦਾ ਮੈਂ ਜਵਾਬ ਜ਼ਰੂਰ ਦੇਵਾਂ। ਇਸ ਕਰਕੇ YouTube ਦੇ ਕਮੈਂਟ ਸੈਕਸ਼ਨ ਦੇ ਵਿੱਚ ਨਾ ਪਾ ਕੇ ਆਪਣੇ ਕੁਐਸਚਨਸ, ਜੇ ਤੁਸੀਂ ਲਿਖ ਨਹੀਂ ਸਕਦੇ ਤਾਂ ਬੋਲ ਕੇ ਤੁਸੀਂ ਆਪਣੀ ਵੋਇਸ ਕਲਿੱਪ ਜਿਹੜੀ ਆ ਉਹ ਤੁਸੀਂ ਈਮੇਲ 'ਚ ਅਟੈਚ ਕਰ ਦਿਓ, ਜਾਂ ਤੁਸੀਂ ਅਕਾਲ ਚੈਨਲ ਦੇ ਫ਼ੋਨ ਕਰਕੇ ਦੱਸ ਦਿਓ। ਜੇ ਤੁਸੀਂ ਇੰਡੀਆ ਵਿੱਚ ਹੈਗੇ ਹੋ, ਤੁਹਾਨੂੰ ਲੱਗਦਾ ਤੁਸੀਂ UK ਫ਼ੋਨ ਨਹੀਂ ਕਰ ਸਕਦੇ, ਨੋ ਪ੍ਰੋਬਲਮ, ਇੰਡੀਆ ਦੇ ਵਿੱਚ ਵੀ ਅਕਾਲ ਚੈਨਲ ਦੇ ਹੈਗੇ ਆ ਆਫਿਸਿਸ। ਮੈਨੂੰ ਯਕੀਨ ਹੈ ਕਿ ਤੁਸੀਂ ਅਗਰ ਕਿਰਦਾਰੇ ਖਾਲਸਾ ਦਾ ਆਪਣਾ ਕੁਐਸਚਨ ਜਾਂ ਕੁਝ ਵੀ, ਕੋਈ ਵੀ ਸਹਿਮਤੀ ਟਿੱਪਣੀ ਜੋ ਵੀ ਤੁਸੀਂ ਉਹਨਾਂ ਨੂੰ ਦਿਓਗੇ, ਮੇਰੇ ਤੱਕ ਜ਼ਰੂਰ ਪਹੁੰਚ ਜਾਊਗੀ। ਤੀਸਰੀ ਜਿਹੜੀ ਮੇਰੀ ਬੇਨਤੀ ਆ ਉਹ ਇਹ ਹੈ ਜੀ ਕਿ ਆਪਣੇ ਯੂਥ ਨੂੰ ਜ਼ਰੂਰ, ਬੱਚਿਆਂ ਨੂੰ, ਯੂਥ ਨੂੰ, ਹੁਣ ਬੱਚੇ ਤੋਂ ਮੇਰਾ ਮਤਲਬ ਹੈ 25 ਸਾਲ ਤੱਕ ਦੇ ਸਾਰੇ, ਤੁਸੀਂ ਜ਼ਰੂਰ ਉਹਨਾਂ ਨੂੰ ਵਿੱਚ ਇਨਵੋਲਵ ਕਰੋ, ਕਿਉਂਕਿ ਬਹੁਤ ਜ਼ਰੂਰੀ ਆ ਉਹਨਾਂ ਦਾ ਵਿੱਚ ਆਉਣਾ, ਉਹਨਾਂ ਦੇ ਸਵਾਲ ਆਉਣੇ। ਔਰ ਬੱਚਿਆਂ ਦੇ ਕੋਲ ਸਵਾਲ ਹੁੰਦੇ ਨੇ, ਬੱਚਿਆਂ ਦਾ ਜਿਹੜਾ ਦਿਮਾਗ ਹੈ ਨਾ ਉਹ ਬੜਾ ਇਨਕੁਇਜ਼ਿਟਿਵ ਹੁੰਦਾ ਆ, ਉਹ ਸਵਾਲ ਪੁੱਛਦੇ ਆ। ਮੈਂ ਪੁੱਛਦੀ ਰਹੀ ਹਾਂ, ਮੈਂ ਛੋਟੀ ਹੁੰਦੀ ਮੇਰੇ ਸਵਾਲ ਹੁੰਦੇ ਸੀਗੇ ਕਿ ਰੱਬ ਕੀ ਆ, ਜੇ ਰੱਬ ਹੈਗਾ ਤਾਂ ਰੱਬ ਦਿਖਦਾ ਕਿਉਂ ਨਹੀਂ, ਜੇ ਰੱਬ ਹੈਗਾ ਤਾਂ ਫਿਰ ਇੰਨੇ ਸਾਰੇ ਲੋਕ ਜਿਹੜੇ ਆ ਉਹ ਮਰਦੇ ਕਿਉਂ ਆ। ਮੇਰੇ ਇਹੋ ਜਿਹੇ ਸਵਾਲ ਹੁੰਦੇ ਸੀ ਔਰ ਮੈਂ ਪੁੱਛਦੀ ਸੀ, ਹੈ ਨਾ। ਅਤੇ ਜਦੋਂ ਮੈਂ ਪੁੱਛਦੀ ਸੀਗੀ ਤਾਂ ਮੈਨੂੰ ਅੱਗੋਂ ਭਜਾ ਦਿੰਦੇ ਹੁੰਦੇ ਸੀਗੇ ਕਿ ਚੱਲ ਤੂੰ ਤਾਂ ਪਤਾ ਨਹੀਂ ਕਿੱਥੋਂ ਜੰਪੀ। ਹੋਰ ਵੀ ਬੜੇ ਤਰੀਕੇ ਦੇ ਬੱਚਿਆਂ ਦੇ, ਛੋਟੇ ਬੱਚਿਆਂ ਦੇ ਬੜੇ ਕਈ ਵਾਰੀ ਡੈਪਥ ਵਾਲੇ ਸਵਾਲ ਵੀ ਹੁੰਦੇ ਆ। ਸੋ ਬੈਟਰ ਆ ਕਿ ਉਹਨਾਂ ਬੱਚਿਆਂ ਦੇ ਸਵਾਲ
ਜੇ ਉਹ ਆਪ ਨਹੀਂ ਪੁੱਛ ਸਕਦੇ ਤਾਂ ਤੁਸੀਂ ਉਹਨਾਂ ਦੇ ਸਾਨੂੰ ਲਿਖ ਕੇ ਭੇਜੋ। ਇੱਕ ਛੋਟੇ ਬੱਚੇ ਦਾ ਸਵਾਲ ਮੇਰੇ ਕੋਲ ਅੱਜ ਆਇਆ, ਆਪਾਂ ਉਹਦੇ ਬਾਰੇ ਡਿਸਕਸ ਜ਼ਰੂਰ ਕਰਾਂਗੇ। ਤਾਂ ਉਹਨਾਂ ਨੂੰ ਜ਼ਰੂਰ ਵਿੱਚ ਲੈ ਕੇ ਆਓ, ਕਿਉਂਕਿ ਇਹ ਜਿਹੜਾ ਮੰਚ ਹੈ ਇਹ ਅਗਲੀ ਜਨਰੇਸ਼ਨ ਨੂੰ ਪ੍ਰਪੇਅਰ ਕਰਨ ਲਈ ਮੰਚ ਹੈ। ਹੁਣ ਆਪਾਂ ਚੱਲਦੇ ਹਾਂ ਆਪਣੇ ਸਵਾਲ ਜਵਾਬ ਵੱਲ। ਤਾਂ ਫਿਰ ਤੋਂ ਬੇਨਤੀ ਇਹੀ ਹੈ ਕਿ ਜ਼ਰੂਰ ਤੁਸੀਂ ਹੁਣ ਆਪਣੇ ਬੱਚਿਆਂ ਨੂੰ ਕਹੋ, ਬੱਚਿਆਂ ਨੂੰ ਨਾਲ ਜੋੜੋ। ਜ਼ਰੂਰੀ ਨਹੀਂ ਕਿ ਉਹ ਮੇਰੇ ਸਾਰੇ ਦੇ ਸਾਰੇ ਐਪੀਸੋਡ ਸੁਣਨ ਹੀ ਸੁਣਨ, ਪਰ ਉਹਨਾਂ ਨੂੰ ਪੁੱਛੋ ਕਿ ਜੇ ਤੁਹਾਡਾ ਕੋਈ ਕੁਐਸਚਨ ਹੈ, ਜੇ ਬੱਚੇ ਤੁਹਾਡੇ ਨਾਲ ਡਿਸਕਸ ਕਰਦੇ ਆ, ਡਿਨਰ ਟੇਬਲ ਦੇ ਉੱਪਰ ਡਿਸਕਸ ਕਰਦੇ ਆ ਔਰ ਉਹ ਤੁਹਾਨੂੰ ਕਹਿੰਦੇ ਕਿ ਸਾਡਾ ਸਵਾਲ ਹੈ, ਤਾਂ ਉਹਨਾਂ ਨੂੰ ਕਹੋ ਕਿ ਆ ਲਿਖ ਕੇ kirdare-khalsa@akalchannel.tv 'ਤੇ ਪਾਓ। ਔਰ ਮੈਂ ਪ੍ਰੋਮਿਸ ਕਰਦੀ ਹਾਂ ਕਿ ਜਿਹੜੇ ਵੀ ਸਵਾਲ ਅਗਰ ਮੈਂ ਬੱਚਿਆਂ ਦੇ ਲਊਂਗੀ ਤਾਂ ਮੈਂ ਬੱਚਿਆਂ ਦੇ ਨਾਲ ਬਕਾਇਦਾ ਇੰਟਰੈਕਟ ਕਰਕੇ ਉਹਨਾਂ ਦੇ ਜਵਾਬ ਦਊਂਗੀ। ਸਵਾਲ ਜਵਾਬਾਂ ਦੇ ਉੱਤੇ ਜੀ ਸਾਨੂੰ, ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕੀ ਸ਼ੁਰੂ ਹੋਣ ਦੇ ਪ੍ਰੋਗਰਾਮ, ਕਿ ਸਾਨੂੰ ਇਸ ਵਾਰੀ ਬਹੁਤ ਸਾਰੇ ਸਵਾਲ ਆਏ। ਸ਼ਾਇਦ ਪੂਰੇ ਸਵਾਲ ਮੈਂ ਇੱਕੋ ਐਪੀਸੋਡ ਵਿੱਚ ਖ਼ਤਮ ਨਹੀਂ ਕਰ ਪਾਊਂਗੀ, ਪਰ ਕੋਸ਼ਿਸ਼ ਮੇਰੀ ਰਹੂਗੀ ਕਿ ਮੈਂ ਜਿੰਨੇ ਵੀ ਕਰ ਸਕਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਗੱਲ ਕਰ ਸਕਾਂ। ਬਹੁਤ ਸਾਰੇ ਸਵਾਲਾਂ ਦੇ ਵਿੱਚੋਂ ਕੁਝ ਸਵਾਲ ਐਸੇ ਰੈਲੇਵੈਂਟ ਸਵਾਲ ਵੀ ਲੱਗੇ ਜੋ ਮੈਨੂੰ ਲੱਗਾ ਕਿ ਜਵਾਬ ਮੈਂ ਉਹਨਾਂ ਦੇ ਅਗਲੇ ਕੁਝ ਐਪੀਸੋਡ ਵਿੱਚ ਦੇ ਹੀ ਦੇਣੇ ਆ, ਕਿਉਂਕਿ ਆਪਾਂ ਵਾਹਿਗੁਰੂ ਬਾਰੇ ਗੱਲ ਕਰ ਰਹੇ ਹਾਂ, ਹੈ ਨਾ। ਤਾਂ ਉਹਨਾਂ ਦੇ ਜਵਾਬ ਅਗਲੇ ਕੁਝ ਐਪੀਸੋਡ ਵਿੱਚ ਆ ਜਾਣੇ ਆ, ਪਰ ਫਿਰ ਵੀ ਮੈਨੂੰ ਲੱਗਾ ਕਿ ਉਹ ਰੈਲੇਵੈਂਟ ਕੁਐਸਚਨ ਆ, ਤੁਹਾਡੇ ਨਾਲ ਸਾਂਝੇ ਜ਼ਰੂਰ ਕਰੀਏ। ਇੱਕ ਉਹਨਾਂ 'ਚੋਂ ਬਹੁਤ ਇੰਪੋਰਟੈਂਟ ਕੁਐਸਚਨ ਸਾਨੂੰ ਨਿਸ਼ਾਨ ਸਿੰਘ ਜੀ ਹੋਣਾ ਨੇ ਪੁੱਛਿਆ ਕਿ ਸ਼ਬਦ ਗੁਰੂ ਹੈ ਕੀ। ਔਰ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਸ਼ਬਦ ਗੁਰੂ ਹੈ ਕੀ। ਹੁਣ ਇਹ ਜਿਹੜਾ ਸਵਾਲ ਹੈ, ਇਸ ਦਾ ਜਵਾਬ ਆਉਣ ਵਾਲੀਆਂ ਜਿਹੜੀਆਂ ਐਪੀਸੋਡਸ ਨੇ ਉਹਨਾਂ ਵਿੱਚ ਆਪਣੇ ਆਪ ਆ ਜਾਊਗਾ। ਮੈਂ ਜਿੰਨੀ ਕੁ ਮੇਰੀ ਮੱਤ ਹੈ ਮੈਂ ਉਹਦੇ ਅਕੋਰਡਿੰਗ ਜਵਾਬ ਦੇਣ ਦੀ ਕੋਸ਼ਿਸ਼ ਪੂਰੀ ਕੋਸ਼ਿਸ਼ ਕਰੂੰਗੀ। ਪਰ ਇਸ ਦੇ ਨਾਲ ਹੀ ਇਹ ਜਿਹੜਾ ਕੁਐਸਚਨ ਹੈ ਨਾ, ਉਹ ਮੈਂ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੀ ਹਾਂ ਕਿ ਸ਼ਬਦ ਗੁਰੂ ਹੈ ਕੀ। ਤੁਹਾਡੇ ਹਿਸਾਬ ਨਾਲ ਜੋ ਤੁਸੀਂ ਸਮਝਦੇ ਹੋ, ਜੋ ਤੁਹਾਡੇ ਐਕਸਪੀਰੀਅੰਸ ਦੇ ਵਿੱਚੋਂ, ਜੋ ਤੁਹਾਡੀ ਪ੍ਰੈਕਟੀਕਲ ਨੌਲੇਜ ਦੇ ਵਿੱਚੋਂ ਨਿਕਲ ਕੇ ਆਇਆ, ਤੁਸੀਂ ਇਹਦਾ ਜਵਾਬ ਜਿਹੜਾ ਉਹ ਸਾਨੂੰ ਅਗੇਨ kirdare-khalsa@akalchannel.tv ਦੇ ਉੱਪਰ ਲਿਖ ਕੇ ਜ਼ਰੂਰ ਭੇਜੋ, ਤਾਂ ਕਿ ਜਦੋਂ ਮੈਂ ਇਸ ਲੈਵਲ 'ਤੇ ਪਹੁੰਚਾਂ, ਜਦੋਂ ਆਪਾਂ ਉਸ ਲੈਵਲ 'ਤੇ ਪਹੁੰਚੀਏ ਤਾਂ ਇਹ ਜਿਹੜੇ ਸਾਰੇ ਜਿੰਨੇ ਵੀ ਜਵਾਬ ਆਏ ਹੋਣ ਆਪਾਂ ਉਹਨਾਂ ਨੂੰ ਦੇਖ ਕੇ, ਕਿਉਂਕਿ ਜ਼ਰੂਰੀ ਨਹੀਂ ਕਿ ਸਾਰਾ ਗਿਆਨ ਮੇਰੇ ਕੋਲ ਹੀ ਹੈ, ਮੇਰੇ ਪੱਲੇ ਕੁਛ ਵੀ ਨਹੀਂ, ਪਰ ਜਿਹਦੇ ਕੋਲ ਵੀ ਜੋ ਵੀ ਸਾਨੂੰ ਲੱਗਾ ਕਿ ਦਿਸ ਆਨਸਰ ਇਜ਼ ਮੇਕਿੰਗ ਸੈਂਸ, ਅਤੇ ਆਪਾਂ ਉਹਨਾਂ ਨੂੰ ਇਨਵਾਈਟ ਕਰਕੇ ਇੱਥੇ ਉਹਨਾਂ ਕੋਲੋਂ ਜਵਾਬ ਪੁੱਛਾਂਗੇ। ਸਾਡੇ ਕੋਲ ਬੜੇ ਹੀਰੇ ਆ, ਬੜੇ ਨਗੀਨੇ ਆ, ਜਿਹੜੇ ਕਿਤੇ ਨਾ ਕਿਤੇ ਪਏ ਹੋਏ ਆ ਔਰ ਉਹਨਾਂ ਵੱਲ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਆਪ ਸਭ ਨੂੰ ਬੇਨਤੀ ਹੈ ਕਿ ਇਹਦਾ ਜਵਾਬ ਜ਼ਰੂਰ ਲਿਖਿਓ ਜੇ, ਜੋ ਵੀ ਤੁਹਾਨੂੰ ਲੱਗਦਾ ਆ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇਹਦਾ ਪ੍ਰੋਪਰ ਆਨਸਰ ਦੇ ਸਕਦੇ ਆ, ਤੁਸੀਂ ਇੱਕ ਮਾਰਗਦਰਸ਼ਨ ਕਰ ਸਕਦੇ ਆ ਕਿਸੇ ਦਾ ਕਿ ਸ਼ਬਦ ਗੁਰੂ ਕੀ ਹੈ, ਤਾਂ ਇਹਦਾ ਜਵਾਬ ਸਾਨੂੰ ਜ਼ਰੂਰ ਲਿਖ ਕੇ ਭੇਜੋ। ਨਹੀਂ ਤਾਂ ਫਿਰ ਮੈਂ ਆਪਣੀ ਮੱਤ ਦੇ ਮੁਤਾਬਕ ਤਾਂ ਬੋਲੀ ਜਾਣਾ, ਹੈ ਨਾ। ਉਸ ਤੋਂ ਅਗਲਾ ਜਿਹੜਾ ਕੁਐਸਚਨ ਹੈ ਉਹ ਬੜਾ ਇੰਪੋਰਟੈਂਟ ਕੁਐਸਚਨ ਆ, ਅਤੇ ਮੈਨੂੰ ਫੋਨ ਦੇ ਉੱਪਰ ਪੁੱਛਿਆ ਗਿਆ ਸੀਗਾ ਕਿ ਔਰ ਉਹਦੇ ਨਾਲ ਹੀ ਉਸ ਤੋਂ ਪਹਿਲਾਂ ਇੱਕ ਕੈਨੇਡਾ ਤੋਂ ਕੋਈ ਫੋਨ ਕਾਲ ਆਈ ਸੀ, ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ ਅਕਾਲ ਚੈਨਲ ਦੇ ਆਫਿਸ ਦੇ ਵਿੱਚ। ਉਹਨਾਂ ਦਾ ਕੁਐਸਚਨ ਵੀ ਸੀ ਔਰ ਇਹ ਦੋਨੋਂ ਕੁਐਸਚਨ ਆਪਸ 'ਚ ਰਲਦੇ ਨੇ, ਤਾਂ ਇਸ ਕਰਕੇ ਮੈਂ ਇਕੱਠੇ ਹੀ ਪੜ੍ਹ ਰਹੀ ਹਾਂ। ਜਿਹੜੀ ਕੈਨੇਡਾ ਵਾਲੀ ਫੋਨ ਕਾਲ ਸੀ, ਉਹਨਾਂ ਨੇ ਕਿਹਾ ਸੀਗਾ ਕਿ ਵਾਹਿਗੁਰੂ ਵਰਡ ਜਿਹੜਾ ਉਹ ਆਇਆ ਕਿੱਥੋਂ ਔਰ ਇਸ ਦੇ ਕਨਸੈਪਟ ਦਾ ਗੁਰੂ ਨਾਨਕ ਨਾਲ ਕੀ ਲੈਣ ਦੇਣ ਹੈ। ਤਾਂ ਮੈਨੂੰ ਲੱਗਦਾ ਇਹ ਆਨਸਰ ਮੈਂ ਪਿਛਲੇ ਜਿਹੜੇ ਐਪੀਸੋਡ ਦੇ ਵਿੱਚ ਦੇ ਚੁੱਕੀ ਹਾਂ ਆਲਰੇਡੀ। ਇਹਦੇ ਨਾਲ ਦਾ ਜਿਹੜਾ ਕੁਐਸਚਨ ਹੋਰ ਆਇਆ ਸੀਗਾ ਉਹ ਮੈਨੂੰ ਅੰਕਲ ਜੀ ਨੇ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਇਹ ਗੱਲ ਸਮਝਾਈ ਸੀਗੀ ਕਿ ਦੋ ਧਿਰਾਂ ਨੇ। ਇੱਕ ਧਿਰ ਕਹਿੰਦੀ ਹੈ ਕਿ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਉਹ ਬਹੁਤ ਜ਼ਰੂਰੀ ਹੈ, ਅਤੇ ਦੂਸਰੀ ਧਿਰ ਕਹਿੰਦੀ ਹੈ ਕਿ ਤੇ ਤੋਤਾ ਰਟਣ ਹੈ ਨਾ, ਅਤੇ ਤੋਤੇ ਰਟਣ ਦਾ ਕੋਈ ਫਾਇਦਾ ਨਹੀਂ। ਔਰ ਨਾਲ ਹੀ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਜਿਹੜਾ ਆਪਾਂ ਕਹਿੰਦੇ ਹਾਂ ਕਿ ਇਹ ਗੁਰਮੰਤਰ ਆ, ਤਾਂ ਮੰਤਰ ਦੀ ਸਿੱਖੀ ਦੇ ਵਿੱਚ ਕੋਈ ਅਹਿਮੀਅਤ ਹੈ, ਕਿਤੇ ਕੋਈ ਕਿਸੇ ਤਰੀਕੇ ਨਾਲ ਆਪਾਂ ਮੰਤਰ ਨੂੰ ਮੰਨ ਸਕਦੇ ਹਾਂ। ਖੈਰ ਉਹਨਾਂ ਨਾਲ ਮੇਰੀ ਗੱਲ ਹੋ ਗਈ ਸੀਗੀ, ਫਿਰ ਵੀ ਮੈਨੂੰ ਲੱਗਾ ਕਿ ਆਪਾਂ ਇਹ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਪੂਰੀ ਸੰਗਤ ਸਾਹਮਣੇ ਰੱਖਿਆ ਜਾਣਾ ਚਾਹੀਦਾ, ਤਾਂ ਉਹਦੇ ਉੱਤੇ ਮੈਂ ਜਵਾਬ ਦੇਣਾ ਜ਼ਰੂਰੀ ਸਮਝਿਆ। ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਮੰਤਰ ਹੈ ਕੀ, ਮੰਤਰ ਦਾ ਮਤਲਬ ਕੀ ਆ। ਮੰਤਰ ਦਾ ਮਤਲਬ ਰੈਪੀਟੀਸ਼ਨ ਨਹੀਂ ਹੁੰਦਾ, ਕਿਉਂਕਿ ਅੰਗਰੇਜ਼ੀ ਦੇ ਵਿੱਚ ਹੈ ਨਾ, ਅੰਗਰੇਜ਼ ਜਦੋਂ ਆਪਾਂ ਇੰਗਲਿਸ਼ ਟਰਾਂਸਲੇਸ਼ਨ ਕਰਦੇ ਹਰ ਇੱਕ ਅੱਖਰ ਜਿਹੜਾ ਨਾ ਉਹ ਅੰਗਰੇਜ਼ਾਂ ਦੀ ਭਾਸ਼ਾ ਵਿੱਚ ਟਰਾਂਸਲੇਟ ਨਹੀਂ ਕੀਤਾ ਜਾ ਸਕਦਾ, ਤਾਂ ਉਹਨੂੰ ਕਹਿ ਦਿੰਦਾ ਜਾਂਦਾ ਕਿ ਰੈਪੀਟੀਸ਼ਨ ਹੈ, ਇਹ ਰੈਪੀਟੀਸ਼ਨ ਆ, ਤੁਸੀਂ ਕਿਸੇ ਇੱਕ ਚੀਜ਼ ਨੂੰ ਰਿਪੀਟ ਕਰੀ ਜਾਓ, ਦੈਟ ਇਜ਼ ਕਾਲਡ ਮੰਤਰ। ਨਹੀਂ, ਮੰਤਰ ਦਾ ਜਿਹੜਾ ਸੰਸਕ੍ਰਿਤਿਕ ਮਤਲਬ ਹੈ ਉਹ ਬਹੁਤ ਡੂੰਘਾ ਆ, ਬਹੁਤ ਗਹਿਰਾ ਆ, ਬੜੀਆਂ ਪਰਤਾਂ ਨੇ, ਆਪਾਂ ਉਸ ਵੱਲ ਨਹੀਂ ਜਾਂਦੇ। ਸਿਰਫ ਅਸੀਂ ਜਿਹੜਾ ਇੱਕ ਬਰੀਫ ਔਰ ਬੜਾ ਸਿੰਪਲ ਮੀਨਿੰਗ ਹੈ ਨਾ, ਆਪਾਂ ਉਹਨੂੰ ਸਮਝ ਲਈਏ। ਮੰਤਰ ਤੋਂ ਮਤਲਬ ਹੈ ਮਨ, ਤਰ। ਮਨ ਇਜ਼ ਟੂ ਥਿੰਕ ਔਰ ਤਰ ਇਜ਼ ਟੂ ਤਰਾ, ਜਿਹਨੂੰ ਆਪਾਂ ਬੋਲ ਦਿੰਦੇ ਉਹ ਇੰਸਟਰੂਮੈਂਟ ਹੈ।
ਸੋ ਇਟ ਇਜ਼ ਕਾਲਡ ਇੰਸਟਰੂਮੈਂਟ ਟੂ ਥਿੰਕ। ਇਹ ਬੜਾ ਬਰੀਫ ਜਿਹਾ ਜੋ ਮੈਂ ਲੈਂਦੀ ਹੁੰਦੀ ਹਾਂ, ਇਸ ਦਾ ਮਤਲਬ ਉਹਦਾ ਹੁੰਦਾ ਜੋ ਮਨ ਅੰਤਰ ਚੱਲੇ। ਮੰਤਰ ਇਜ਼ ਮਨ ਅੰਤਰ ਚੱਲੇ, ਜੋ ਤੁਸੀਂ ਸੋਚ ਕੇ ਸਮਝ ਕੇ ਕੌਨਸ਼ੀਅਸਲੀ ਜੋ ਤੁਹਾਡੇ ਅੰਦਰ ਚੱਲਣਾ ਸ਼ੁਰੂ ਹੋ ਗਿਆ, ਉਹ ਮੰਤਰ ਹੈ। ਤੁਹਾਡੇ ਅੰਦਰ ਇਹ ਚੱਲਣਾ ਸ਼ੁਰੂ ਹੋ ਗਿਆ ਕਿ ਤੁਸੀਂ ਜਿੱਤਣਾ, ਹਰ ਤਰੀਕੇ ਨਾਲ ਜਿੱਤਣਾ। ਤੁਸੀਂ ਮਿਹਨਤ ਕਰੋਗੇ, ਤੁਸੀਂ ਕੰਮ ਕਰੋਗੇ, ਪਰ ਤੁਸੀਂ ਜਿੱਤਣਾ, ਤਾਂ ਉਹ ਤੁਹਾਡੇ ਅੰਦਰ ਉਹ ਮਨ ਅੰਤਰ ਚੱਲਣ ਲੱਗ ਗਿਆ, ਉਹ ਤੁਹਾਡਾ ਮੰਤਰ ਹੋ ਗਿਆ। ਜਿਹੜੇ ਸਾਡੇ ਪੁਰਾਣੇ ਬਜ਼ੁਰਗ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਉਹਨਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ, ਉਹਨਾਂ ਦੇ ਅੰਦਰ ਕੀ ਸੀ? ਸਿਰਫ ਇਹੀ ਕਿ ਅਸੀਂ ਆਪਣਾ ਘਰ ਛੱਡ ਕੇ ਆਏ ਹਾਂ, ਇੱਥੇ ਆ ਕੇ ਅਸੀਂ ਕੁਛ ਬਣਾਉਣਾ ਹੈ, ਅਤੇ ਉਹਨਾਂ ਨੇ ਬਣਾਇਆ, ਕਿਉਂਕਿ ਉਹ ਚੀਜ਼ ਉਹਨਾਂ ਦੇ ਅੰਦਰ ਚੱਲਦੀ ਰਹਿੰਦੀ ਸੀਗੀ, ਉਹ ਮੰਤਰ ਸੀ ਉਹਨਾਂ ਦਾ, ਹੈ ਨਾ। ਸੋ ਇਹ ਇੱਕ ਤਾਂ ਇਹਦਾ ਮੰਤਰ ਦਾ ਮਤਲਬ ਇਹ ਆ। ਇਹਦਾ ਮਤਲਬ ਸਿੰਪਲ ਇਹ ਨਹੀਂ ਹੁੰਦਾ ਕਿ ਤੁਸੀਂ ਰੈਪੀਟੀਸ਼ਨ ਕਰੀ ਜਾਣੀ ਆ। ਦੂਜੀ ਗੱਲ, ਕਿਉਂਕਿ ਜਿਹੜੀ ਰੈਪੀਟੀਸ਼ਨ ਹੈ ਨਾ, ਉਹਦਾ ਮਤਲਬ ਉਹ ਕਈ ਵਾਰੀ ਇਹ ਵੀ ਹੁੰਦਾ ਕਿ ਇੱਕ ਬੰਦਾ ਰਿਪੀਟ ਕਰੀ ਜਾ ਰਿਹਾ ਅਨਵਾਂਟਡ ਚੀਜ਼ਾਂ ਨੂੰ। ਇਹ ਅਨਵਾਂਟਡ, ਇਹਦੇ ਵਿੱਚ ਕੁਛ ਨਹੀਂ ਹੈ। ਦੂਸਰੀ ਗੱਲ ਜਿਹੜੀ ਹੈ, ਜਿਹੜੀ ਮੈਂ ਇੰਪੋਰਟੈਂਟ ਤੁਹਾਡੇ ਨਾਲ ਕਰੂੰਗੀ, ਉਹ ਇਹ ਆ ਕਿ ਜਦੋਂ ਤੁਸੀਂ ਕੋਈ ਵੀ ਇੱਕ ਅੱਖਰ ਫੜ ਲਓ, ਚਾਹੇ ਉਹ ਤੁਹਾਡਾ ਆਪਣਾ ਨਾਮ ਹੀ ਕਿਉਂ ਨਾ ਹੋਵੇ, ਕੋਈ ਵੀ ਇੱਕ ਅੱਖਰ ਲੈ ਲਓ, ਤੁਸੀਂ ਉਹਨੂੰ ਸਾਰਾ ਦਿਨ ਬੋਲੀ ਚੱਲੋ। 3 ਦਿਨਾਂ ਬਾਅਦ, ਜਿਹੜਾ ਚੌਥਾ ਦਿਨ ਜਦੋਂ ਤੁਸੀਂ ਸੌਂ ਕੇ ਉੱਠੋਗੇ, ਤਾਂ ਤੁਸੀਂ ਦੇਖੋਗੇ ਕਿ ਉਹ ਜਿਹੜਾ ਮੰਤਰ ਆ ਤੁਹਾਡੇ ਅੰਦਰ ਚੱਲਣ ਲੱਗ ਗਿਆ। ਤੁਸੀਂ ਸਵੇਰੇ ਉੱਠੋਗੇ ਬੈੱਡ ਤੋਂ, ਤੁਹਾਡੇ ਦਿਮਾਗ 'ਚੋਂ ਗੱਲ ਆ ਜਾਊਗੀ ਜੋ ਤੁਸੀਂ ਬੋਲਦੇ ਆ ਰਹੇ ਹੋ। ਇਹ ਤੁਹਾਡੇ ਮਾਈਂਡ ਦੀ ਟ੍ਰੇਨਿੰਗ ਆ ਬੇਸਿਕਲੀ। ਔਰ ਇਹਦੇ ਨਾਲ ਹੀ ਇਹਨੂੰ ਐਗਜ਼ੈਂਪਲੀਫਾਈ ਆਪਾਂ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਜਿਹੜੀਆਂ ਚੀਜ਼ਾਂ ਕੌਨਸ਼ੀਅਸਲੀ ਕੀਤੀਆਂ ਜਾਂਦੀਆਂ ਨਾ, ਉਹ ਤੁਹਾਡੇ ਨਾਲ ਰਹਿ ਜਾਂਦੀਆਂ। ਹੁਣ ਉਹ 3 ਦਿਨ ਦਾ ਕੀ ਚੱਕਰ ਹੈ ਕਿ ਜਦੋਂ ਤੁਸੀਂ ਕਰਦੇ ਜਾਓਗੇ, ਵਿੱਚੋਂ ਕੋਈ 1 ਘੰਟਾ 2 ਘੰਟੇ ਤਾਂ ਤੁਸੀਂ ਕੌਨਸ਼ੀਅਸ ਹੋਵੋਗੇ ਨਾ। ਵੈਸੇ 3 ਦਿਨਾਂ ਦੀ ਇੱਕ ਹੋਰ ਬੜੀ ਵੱਡੀ ਫਿਲੋਸਫੀ, ਆਪਾਂ ਉੱਧਰ ਅੱਜ ਨਹੀਂ ਜਾ ਰਹੇ, ਪਰ ਤੁਸੀਂ ਕਦੀ ਤਾਂ ਕੌਨਸ਼ੀਅਸ ਹੋਵੋਗੇ। ਉਹ ਕੌਨਸ਼ੀਅਸਨੈਸ 1 ਸਕਿੰਟ ਦੇ ਵਿੱਚ ਅਗਰ ਉਹ ਕੌਨਸ਼ੀਅਸਨੈਸ ਫੜੀ ਗਈ ਤਾਂ ਫੜੀ ਗਈ। ਕਿਉਂਕਿ ਇਹਦਾ ਤੁਸੀਂ ਐਗਜ਼ਾਮਪਲ ਕੀ ਲੈ ਸਕਦੇ ਹੋ? ਕਈ ਵਾਰੀ ਕੀ ਹੁੰਦਾ, ਅਸੀਂ ਬੈਠੇ ਸਾਨੂੰ ਕੋਈ ਬੜਾ ਪੁਰਾਣਾ ਗਾਣਾ ਯਾਦ ਆ ਜਾਂਦਾ, ਹੈ ਨਾ। ਉਹ ਬੇਸਿਕਲੀ ਉਹ ਗਾਣਾ ਕੀ ਸੀ? ਉਹ ਗਾਣਾ ਕਦੀ ਤੁਸੀਂ ਸੁਣਿਆ ਔਰ ਉਹ ਤੁਹਾਡੇ ਕੌਨਸ਼ੀਅਸ ਦੇ ਵਿੱਚ ਬੈਠ ਗਿਆ, ਤੁਹਾਨੂੰ ਪਸੰਦ ਸੀ, ਤੁਹਾਡੀ ਕੌਨਸ਼ੀਅਸ 'ਚ ਬੈਠ ਗਿਆ, ਤੁਹਾਨੂੰ ਯਾਦ ਆ ਗਿਆ। ਫਿਰ ਅਸੀਂ ਕਹਿੰਦੇ ਯਾਰ ਅੱਜ ਮੇਰੇ ਮੂੰਹ ਤੋਂ ਨਾ ਇਹ ਗਾਣਾ ਉੱਤਰ ਹੀ ਨਹੀਂ ਰਿਹਾ। ਉਹ ਬੇਸਿਕਲੀ ਹੈ ਕਿ ਤੁਹਾਡੀ ਕੌਨਸ਼ੀਅਸ ਦੇ ਵਿੱਚ ਉਹ ਚੱਲ ਰਿਹਾ ਉਹ ਗਾਣਾ, ਔਰ ਉਸ ਟਾਈਮ 'ਤੇ ਉਹ ਕਲਿੱਕ ਕਰ ਗਿਆ, ਦੈਟਸ ਇਟ। ਇਹੀ ਤੁਹਾਡੀ ਕੌਨਸ਼ੀਅਸ ਦੀ ਤਾਕਤ ਹੈ। ਤੁਸੀਂ ਕਦੀ ਵੀ, ਕਿਉਂਕਿ ਤੁਹਾਡੀਆਂ ਬਹੁਤ ਚੀਜ਼ਾਂ ਜਿਹੜੀਆਂ ਉਹ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਪਈਆਂ ਰਹਿੰਦੀਆਂ, ਔਰ ਜਦੋਂ ਟਾਈਮ ਦੇ ਉੱਪਰ ਉਹ ਕੌਨਸ਼ੀਅਸ ਲੈਵਲ ਦੇ ਉੱਤੇ ਆਉਂਦੀਆਂ ਰਹਿੰਦੀਆਂ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਕਿ ਜੋ ਤੁਸੀਂ 3 ਦਿਨਾਂ ਤੱਕ, ਮਤਲਬ ਜੋ ਤੁਸੀਂ ਅਗਰ ਸੋਚੀ ਜਾ ਰਹੇ ਹੋ, ਚੌਥੇ ਦਿਨ ਤੁਸੀਂ ਉਹ ਗੱਲ ਦੁਬਾਰਾ ਤੁਹਾਡੇ ਅੰਦਰ ਚੱਲਣੀ ਸ਼ੁਰੂ ਹੋ ਜਾਊਗੀ, ਤੁਹਾਨੂੰ ਮਿਹਨਤ ਕਰਨੀ ਨਹੀਂ ਪਊਗੀ। ਇਹਦੀ ਇੱਕ ਹੋਰ ਐਗਜ਼ਾਮਪਲ ਦਿੰਦੇ ਹਾਂ। ਜਦੋਂ ਕਈ ਵਾਰੀ ਅਸੀਂ ਪਰੇਸ਼ਾਨ ਹੁੰਦੇ ਨਾ, ਪਰੇਸ਼ਾਨੀ ਬਹੁਤ ਛੇਤੀ ਸਮਝ ਆਉਣ ਵਾਲੀ ਚੀਜ਼ ਆ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ, ਇਸ ਕਰਕੇ ਮੈਂ ਉਹਦੀ ਗੱਲ ਕੀਤੀ ਆ। ਸਾਨੂੰ ਕਿਸੇ ਨਾਲ ਸਾਨੂੰ ਆਪਣੇ ਅੰਦਰ ਪਰੇਸ਼ਾਨੀ ਚੱਲ ਰਹੀ ਹੈ, ਜਾਂ ਸਾਨੂੰ ਲੱਗਦਾ ਕਿ ਕਿਸੇ ਨਾਲ ਸਾਡੀ ਬਣ ਨਹੀਂ ਰਹੀ, ਤਾਂ ਉਹਦੀ ਵੀ ਇੱਕ ਪਰੇਸ਼ਾਨੀ ਹੈ। ਜਦੋਂ ਤੁਸੀਂ ਸਵੇਰੇ ਉੱਠਦੇ ਹੋ ਨਾ, ਤੁਹਾਨੂੰ ਉੱਠਦਿਆਂ ਹੀ ਉਹ ਗੱਲ ਯਾਦ ਆ ਜਾਂਦੀ ਹੈ ਕਿ ਮੈਂ ਇਸ ਗੱਲ ਦੇ ਉੱਤੇ ਪਰੇਸ਼ਾਨ ਸੀ। ਪੂਰੀ ਰਾਤ ਕੋਈ ਪ੍ਰੋਬਲਮ ਨਹੀਂ, ਪਰ ਸਵੇਰੇ ਅੱਖਾਂ ਖੋਲ੍ਹਦਿਆਂ ਹੀ ਤੁਹਾਨੂੰ ਪਹਿਲੀ ਚੀਜ਼ ਆਉਂਦੀ, ਉਹ ਯਾਰ ਇੱਥੇ ਤਾਂ ਆਹ ਗੱਲ ਪ੍ਰੋਬਲਮ ਸੀ, ਆਹ ਚੱਕਰ ਸੀ, ਹੈ ਨਾ। ਉਹ ਕੀ ਆ? ਕਿਉਂਕਿ ਤੁਹਾਡੇ ਅਨਕੌਨਸ਼ੀਅਸ ਐਂਡ ਕੌਨਸ਼ੀਅਸ ਦੋਵਾਂ ਲੈਵਲ ਦੇ ਉੱਪਰ ਜਾ ਕੇ ਓਪਰੇਟ ਕਰ ਰਹੀ, ਉਹ ਕੰਮ ਕਰ ਰਹੀ ਆ ਉਸ ਚੀਜ਼ ਦੇ ਉੱਪਰ। ਹੁਣ ਜਿਹੜੀ ਚੀਜ਼ ਤੁਹਾਡੇ, ਇਹਨੂੰ ਥੋੜ੍ਹਾ ਜਿਹਾ ਅੱਗੇ ਹੋਰ ਲੈਵਲ ਜਾ ਕੇ ਸਮਝਿਓ, ਜਿਹੜੀ ਚੀਜ਼ ਤੁਹਾਡੇ ਅੰਦਰ ਚੱਲਣ ਲੱਗ ਜਾਊਗੀ ਨਾ, ਤੁਸੀਂ ਉਹੀ ਬਣਨੇ ਸ਼ੁਰੂ ਹੋ ਜਾਓਗੇ। ਆਪਾਂ ਕਿੱਦਾਂ, ਕਈ ਵਾਰੀ ਅਸੀਂ ਕਿਸੇ ਨੂੰ ਦੇਖਿਆ ਵੀ ਨਹੀਂ ਹੁੰਦਾ, ਆਪਾਂ ਦੇਖ ਕੇ ਬੰਦੇ ਨੂੰ ਕਹਿ ਦਿੰਦੇ ਹਾਂ ਕਿ ਇਹ ਨਾ ਲੜਾਕਾ ਜਿਹਾ ਆ। ਕਦੀ ਆਪਾਂ ਕਹਿੰਦੇ ਇਹਦੀ ਨੇਚਰ ਇਹੋ ਜਿਹੀ ਲੱਗਦੀ ਆ। ਉਹ ਕੀ ਹੁੰਦਾ ਆ? ਕਿੱਦਾਂ ਅਗਲੇ ਦੀ ਸ਼ਕਲ ਦੇ ਵਿੱਚ ਕੀ ਲਿਖਿਆ? ਬੜੀਆਂ ਫਿਲਮਾਂ ਦੇ ਵਿੱਚ ਵੀ ਆਇਆ ਕਿ ਆਂਖੇਂ ਝੂਠ ਨਹੀਂ ਬੋਲਤੀ, ਅੱਖਾਂ ਦੇ ਵਿੱਚ ਸਭ ਕੁਛ ਲਿਖਿਆ ਹੁੰਦਾ ਆ, ਆਈਜ਼ ਡੋਂਟ ਟੈਲ ਲਾਏ, ਹੈ ਨਾ। ਇਹ ਸਾਰੀਆਂ ਚੀਜ਼ਾਂ ਆਪਾਂ ਬੋਲਦੇ ਰਹਿੰਦੇ ਹਾਂ। ਉਹ ਕਿਉਂ ਆ? ਕਿਉਂ ਅੱਖਾਂ ਦੇ ਵਿੱਚ ਐਸਾ ਕੀ ਆਇਨਾ ਆ? ਕਿਉਂਕਿ ਤੁਹਾਡੀ ਕੌਨਸ਼ੀਅਸ ਜਿਹੜੀ ਹੈ ਨਾ, ਉਹ ਜਦੋਂ ਕੌਨਸ਼ੀਅਸ ਦੋਵੇਂ ਇੱਕ ਮਿਲ ਕੇ ਕਿਸੇ ਇੱਕ ਚੀਜ਼ ਨੂੰ ਬਾਰ-ਬਾਰ ਦੁਹਰਾ ਰਹੀਆਂ, ਰਿਪੀਟ ਨਹੀਂ ਕਰ ਰਹੀਆਂ, ਦੁਹਰਾ ਰਹੀਆਂ, ਸਮਝ ਕੇ ਦੁਹਰਾ ਰਹੀਆਂ, ਤਾਂ ਉਸ ਟਾਈਮ ਦੇ ਉੱਤੇ ਤੁਸੀਂ ਉਹ ਬਣਨਾ ਸ਼ੁਰੂ ਹੋ ਜਾਂਦੇ ਹੋ। ਜਿਹੜੇ ਲੋਕ ਬੜੇ ਖੁਸ਼ ਹੁੰਦੇ ਆ, ਉਹਨਾਂ ਦੇ ਫੇਸ ਦੇ ਉੱਤੇ ਵੀ ਇੱਕ ਗੱਲ ਪਤਾ ਲੱਗਦੀ ਹੈ ਕਿ ਇਹ ਖੁਸ਼ ਆ। ਦੂਜਾ ਬੰਦਾ ਜਿਹੜਾ ਪਰੇਸ਼ਾਨੀ ਵਿੱਚ ਆ, ਜਿੰਨਾ ਮਰਜ਼ੀ ਖੁਸ਼ ਰਹਿਣ ਦੀ ਕੋਸ਼ਿਸ਼ ਕਰੇ, ਉਹਦੇ ਸ਼ਕਲ ਦੇ ਉੱਤੇ ਉਹ ਗੱਲ ਆ ਜਾਂਦੀ ਹੈ, ਕਿਉਂਕਿ ਤੁਸੀਂ ਤੁਹਾਡੇ ਮਾਈਂਡ ਦੇ ਨਾਲ ਹੀ ਬਣਦੇ ਹੋ, ਤੁਸੀਂ ਉਹ ਬਣਨਾ ਸ਼ੁਰੂ ਹੋ ਜਾਂਦੇ ਹੋ। ਠੀਕ ਹੈ ਜੀ। ਹੁਣ ਇਹਦੇ ਵਿੱਚ ਹੀ ਇੱਕ ਹੋਰ ਸਵਾਲ ਜਿਹੜਾ ਉਹੀ ਕੈਨੇਡਾ ਵਾਲੀ ਫੋਨ ਕਾਲ ਤੋਂ ਆਇਆ ਸੀ, ਉਹਦਾ ਵੀ ਜਵਾਬ ਨਾਲ ਹੀ ਆ ਜਾਂਦਾ। ਉਹਨਾਂ ਨੇ ਪੁੱਛਿਆ ਸੀ ਕਿ ਜੈਸਾ ਸੇਵੇ ਤੈਸਾ ਹੋਏ ਦਾ ਅਰਥ ਕੀ ਹੈ? ਹੁਣ ਇੱਥੇ ਇਹੀ ਚੀਜ਼ ਦਾ ਅਰਥ ਹੈ, ਜੋ ਤੁਸੀਂ ਸੇਵਦੇ ਹੋ, ਜੋ ਤੁਸੀਂ ਸਿਮਰਦੇ ਹੋ, ਉਹ ਤੁਹਾਡੀ ਰੂਹ ਦੀ ਖੁਰਾਕ ਹੈ। ਜਿੱਦਾਂ ਤੁਸੀਂ ਜੋ ਖਾਂਦੇ ਹੋ, ਉਹ ਤੁਹਾਡੇ ਫੇਸ ਦੇ ਉੱਪਰ ਪਤਾ ਲੱਗ ਜਾਂਦਾ। ਜੇ ਤੁਸੀਂ
ਜਿਹੜਾ ਇੰਬੈਲੈਂਸ ਡਾਈਟ ਖਾ ਰਹੇ ਹੋ ਵੀ ਤੁਹਾਡੀ ਸ਼ਕਲ ਦੇ ਉੱਪਰ ਆ ਜਾਂਦੀ। ਇਸੇ ਤਰੀਕੇ ਨਾਲ ਜੋ ਤੁਹਾਡੀ ਆਤਮਾ ਦੀ ਖੁਰਾਕ ਹੈ, ਜੋ ਤੁਸੀਂ ਆਪਣੀ ਆਤਮਾ ਨੂੰ ਖਵਾ ਰਹੇ ਹੋ, ਜੋ ਤੁਸੀਂ ਆਪਣੇ ਕੌਨਸ਼ੀਅਸ ਐਂਡ ਅਨਕੌਨਸ਼ੀਅਸ ਮਾਈਂਡ ਨੂੰ ਖਵਾ ਰਹੇ ਹੋ, ਤੁਸੀਂ ਉਹੀ ਬਣਨਾ ਸ਼ੁਰੂ ਹੋ ਜਾਂਦੇ ਹੋ, ਤੁਸੀਂ ਉਹੀ ਹੋਣਾ ਸ਼ੁਰੂ ਹੋ ਜਾਂਦੇ ਹੋ। ਸੋ ਮੇਰੇ ਇੱਕ ਪ੍ਰੋਫੈਸਰ ਇਹ ਕਿਹਾ ਕਰਦੇ ਸੀਗੇ ਕਿ ਮੈਨ ਇਜ਼ ਮੇਡ ਅਪ ਆਫ ਸਟੋਰੀਜ਼। ਇਹ ਇੱਕ ਹੋਰ ਵੱਡੀ ਉਦਾਹਰਨ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਉਹ ਕੀ ਹੈ ਕਿ ਜਦੋਂ ਤੁਸੀਂ ਛੋਟੇ ਹੁੰਦਿਆਂ ਤੋਂ ਕਹਾਣੀਆਂ ਸੁਣਨੀਆਂ ਸ਼ੁਰੂ ਕਰਦੇ ਆ ਨਾ, ਕਿ ਇੱਕ ਬੱਚਾ ਵੱਡਾ ਹੁੰਦਾ ਉਹਨੂੰ ਆਪਾਂ ਕਹਿੰਦੇ ਇਹਦੀ ਅਪਬ੍ਰਿੰਗਿੰਗ ਬਹੁਤ ਵਧੀਆ, ਦੂਸਰਾ ਕਹਿੰਦੇ ਇਹਦੀ ਨਾ ਅਪਬ੍ਰਿੰਗਿੰਗ ਖਰਾਬ ਆ। ਉਹ ਕੀ ਆ ਕਿ ਜਿਸ ਤਰੀਕੇ ਨਾਲ ਉਹ ਵੱਡਾ ਹੋਇਆ, ਜੋ ਉਹ ਕਹਾਣੀਆਂ ਸੁਣਦਾ ਗਿਆ, ਜੇ ਕਿਸੇ ਨੇ ਕ੍ਰਿਮੀਨਲ ਦੀਆਂ ਕਹਾਣੀਆਂ ਸੁਣੀਆਂ, ਔਰ ਉਹਨੂੰ ਲੱਗਾ ਕਿ ਇਹੀ ਚੀਜ਼ਾਂ ਸਹੀ ਆ, ਤਾਂ ਫਿਰ ਉਹ ਉਹੀ ਬਣ ਜਾਂਦਾ ਹੈ ਨਾ, ਕਿਉਂਕਿ ਉਹ ਕੌਨਸ਼ੀਅਸ ਅਨਕੌਨਸ਼ੀਅਸਲੀ ਉਹਦੇ ਅੰਦਰ ਚੱਲਦੀ ਰਹਿੰਦੀ। ਆਪਾਂ ਹਮੇਸ਼ਾ ਕਿਉਂ ਕਹਿੰਦੇ ਰਹਿੰਦੇ ਆ ਕਿ ਜਿਹੜੇ ਇਹ ਗਾਣੇ ਚੱਲਦੇ ਆ ਇਹਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ, ਕਰੀ ਜਾਣ ਤਾਂ ਤੁਹਾਨੂੰ ਕੀ ਪ੍ਰੋਬਲਮ ਆ? ਉਹਦਾ ਕਾਰਨ ਇਹੀ ਹੈ ਕਿ ਹਥਿਆਰਾਂ ਨੂੰ ਪ੍ਰਮੋਟ ਜਦੋਂ ਸਾਡੇ ਬੱਚੇ ਸੁਣਦੇ ਆ ਨਾ, ਤਾਂ ਉਹ ਉਹੋ ਜਿਹੇ, ਕਿਉਂਕਿ ਉਹਨਾਂ ਦੇ ਵਾਸਤੇ ਉਹੀ ਸਿਮਰਨ ਹੈ, ਉਹ ਉਸੇ ਚੀਜ਼ ਨੂੰ ਸਿਮਰਦੇ ਰਹਿੰਦੇ ਆ ਕਿ ਬੰਦੂਕ ਹੋਊਗੀ ਤਾਂ ਮੈਂ ਇਹਨੂੰ ਮਾਰੂੰਗਾ, ਬੰਦੂਕ ਹੋ, ਉਹਨਾਂ ਦੀ ਪਰਸਨੈਲਿਟੀ ਵਿੱਚ ਉਹ ਚੀਜ਼ ਆ ਜਾਂਦੀ ਹੈ। ਐਂਡ ਦੈਟ ਇਜ਼ ਹਾਊ ਆਈਡੈਂਟੀਟੀਜ਼ ਫੋਰਮ ਹੁੰਦੀਆਂ ਆ। ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਮੰਤਰ ਹੈ ਨਾ, ਉਹ ਸਿਰਫ ਇੰਨਾ ਨਹੀਂ ਹੁੰਦਾ ਕਿ ਤੁਸੀਂ ਕੋਈ ਚੀਜ਼ ਬੋਲੀ ਔਰ ਸੁਣ ਲਈ ਔਰ ਗੱਲ ਖਤਮ। ਨਹੀਂ, ਕੋਈ ਵੀ ਐਸਾ ਕੰਮ, ਕੋਈ ਵੀ ਐਸੀ ਚੀਜ਼ ਜਿਹਨੂੰ ਤੁਸੀਂ ਰਿਪੀਟ ਕਰਦੇ ਹੋ, ਰਿਪੀਟ ਅਨਵਾਂਟਿਡ ਤਰੀਕੇ ਨਾਲ ਨਹੀਂ, ਬਕਾਇਦਾ ਸੋਚ ਸਮਝ ਕੇ ਰਿਪੀਟ ਕਰਦੇ ਹੋ, ਉਹ ਤੁਹਾਡੀ ਪਰਸਨੈਲਿਟੀ ਦਾ ਹਿੱਸਾ ਬਣ ਜਾਂਦਾ। ਹੁਣ ਜਦੋਂ ਉਹ ਮੰਤਰ ਤੁਹਾਨੂੰ ਗੁਰੂ ਦਿੰਦਾ ਕਿ ਇਸ ਚੀਜ਼ ਨੂੰ ਸਿਮਰ, ਤਾਂ ਫਿਰ ਉਹ ਗੁਰਮੰਤਰ ਬਣ ਜਾਂਦਾ। ਇੰਨੀ ਕੀ ਫ਼ਰਕ ਹੈ। ਹੁਣ ਗੁਰਮੰਤਰ ਦਾ ਅਤੇ ਇਹਦਾ ਫ਼ਰਕ ਕੀ ਹੈ? ਜਦੋਂ ਤੁਹਾਨੂੰ ਗੁਰੂ ਕਹਿੰਦਾ ਕਿ ਵਾਹਿਗੁਰੂ ਸਿਮਰੋ, ਤਾਂ ਉਹਦਾ ਮਤਲਬ ਕੀ ਹੈ? ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿਵੇਂ ਮੈਂ ਪਿਛਲੇ ਐਪੀਸੋਡ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਵਾਹਿਗੁਰੂ ਨੂੰ ਜੇ ਤੁਸੀਂ ਬੜੇ ਸਰਲ ਅਰਥਾਂ ਦੇ ਵਿੱਚ ਸਮਝਣਾ ਹੋਵੇ, ਤਾਂ ਉਹਦਾ ਮਤਲਬ ਸਿਰਫ ਇੰਨਾ ਕੁ ਨਿਕਲਦਾ ਕਿ ਤੁਸੀਂ ਅੰਦਰੋਂ ਬੋਲਦੇ ਹੋ ਵਾਹ ਏ ਗੁਰੂ, ਕਿ ਜੋ ਤੁਸੀਂ ਪੂਰੀ ਕਾਇਨਾਤ ਨੂੰ ਬੜੀ ਖੂਬਸੂਰਤ ਨੂੰ ਦੇਖਦੇ ਹੋ, ਤੁਹਾਡੇ ਅੰਦਰੋਂ ਵਾਹ ਇਹ ਗੁਰੂ ਨਿਕਲਦਾ। ਦੈਟ ਮੀਨਸ ਕਿ ਤੁਸੀਂ ਕਿਤੇ ਨਾ ਕਿਤੇ ਅੰਦਰ ਤੁਹਾਡੇ ਅੰਦਰ ਜੋ ਗੱਲ ਚੱਲ ਰਹੀ ਹੈ, ਉੱਥੇ ਤੁਸੀਂ ਇੱਕ ਤਾਂ ਪ੍ਰੇਜ਼ ਕਰਨੀ ਸਿੱਖ ਗਏ, ਇੱਕ ਤੁਸੀਂ ਵਿਸ਼ਾਲਤਾ ਨੂੰ ਸਮਝਣਾ ਸਿੱਖ ਗਏ, ਕਿਉਂਕਿ ਜਦੋਂ ਤੁਸੀਂ ਇੰਨੀ ਪੂਰੀ ਵਿਸ਼ਾਲ, ਤਾਂ ਹੀ ਮੈਂ ਬੋਲਿਆ ਸੀ ਨਾ ਕਿ ਸਾਨੂੰ ਇੱਕ ਇੱਕ ਅੱਖਰ ਨੂੰ ਚਿੱਤ ਕੇ ਸਮਝ ਕੇ ਫਿਰ ਬੋਲਣਾ, ਕਿਉਂਕਿ ਫਿਰ ਭਾਵ ਆਉਣਗੇ। ਜਦੋਂ ਤੁਸੀਂ ਇੱਕ ਓਂਕਾਰ ਬੋਲਿਆ, ਸਾਰਾ ਵਿਸਤਾਰਾ ਸਮਝ ਕੇ ਫਿਰ ਬੋਲਿਆ ਵਾਹਿਗੁਰੂ, ਤਾਂ ਉੱਥੇ ਤੁਹਾਨੂੰ ਪਤਾ ਲੱਗਾ ਕਿ ਇਹ ਪੂਰਾ ਜਿਹੜਾ ਵਿਸਥਾਰ ਹੈ ਉਹ ਤੁਸੀਂ ਉਹਦੇ ਪ੍ਰੇਜ਼ ਦੇ ਵਿੱਚ ਵੀ ਹੋ ਗਏ, ਤੁਸੀਂ ਐਪਰੀਸ਼ੀਏਟ ਕਰਨਾ ਵੀ ਸਿੱਖ ਗਏ। ਕਿਉਂਕਿ ਫਿਲਹਾਲ ਜੋ ਸਾਡੀ ਲਾਈਫ ਹੈ ਉਹਦੇ 'ਚ ਕੰਪਲੇਂਟਸ ਜ਼ਿਆਦੀਆਂ, ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਕੰਪਲੇਂਟ ਹੈ। ਮੈਨੂੰ ਰੋਟੀ ਮਿਲੀ ਤਾਂ ਉਹਦੀ ਵੀ ਕੰਪਲੇਂਟ, ਰੋਟੀ ਨਹੀਂ ਮਿਲੀ ਉਹਦੀ ਵੀ ਕੰਪਲੇਂਟ, ਸਾਨੂੰ ਪਰੇਸ਼ਾਨੀ ਆ ਉਹਦੀ ਵੀ ਕੰਪਲੇਂਟ, ਖੁਸ਼ੀ ਹੈ ਉਹਦੀ ਵੀ, ਹਰ ਇੱਕ ਚੀਜ਼ ਦੇ ਵਿੱਚ ਅਸੀਂ ਕੰਪਲੇਂਟਸ ਲੱਭ ਲਈਆਂ। ਤਾਂ ਵਾਹਿਗੁਰੂ ਜਿਹੜਾ ਮੰਤਰ ਹੈ, ਜੋ ਗੁਰਮੰਤਰ ਹੈ, ਉਹ ਤੁਹਾਨੂੰ ਇਹਨਾਂ ਕੰਪਲੇਂਟਸ 'ਚੋਂ ਖਿੱਚ ਕੇ ਬਾਹਰ ਲੈ ਜਾਂਦਾ। ਤੁਹਾਨੂੰ ਸਿਰਫ ਉਹ ਪ੍ਰੇਜ਼ ਕਰਨੀ ਦੱਸਦਾ ਕਿ ਔਰ ਉਹਨੂੰ ਅਪਰੀਸ਼ੀਏਟ, ਜੋ ਤੁਹਾਡਾ ਆਲਾ ਦੁਆਲਾ ਉਹਨੂੰ ਅਪਰੀਸ਼ੀਏਟ ਕਰਨਾ ਦੱਸਦਾ, ਉਸ ਪਰਮਾਤਮਾ ਨੂੰ ਅਪਰੀਸ਼ੀਏਟ ਕਰਨਾ ਦੱਸਦਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਨਾ। ਤਾਂ ਸਾਡਾ ਜਿਹੜਾ ਮਾਈਂਡ ਹੈ ਉਹ ਪੋਜ਼ੀਟਿਵਿਟੀ ਵੱਲ ਆਪਣੇ ਆਪ ਜਾਣਾ ਸ਼ੁਰੂ ਹੋ ਗਿਆ। ਜਿੰਨਾ ਤੁਸੀਂ ਪੋਜ਼ੀਟਿਵਿਟੀ ਵੱਲ ਜਾਓਗੇ, ਓਨੀ ਤੁਹਾਡੀ ਪੂਰੀ ਸ਼ਖਸੀਅਤ ਪੋਜ਼ੀਟਿਵ ਹੁੰਦੀ ਜਾਊਗੀ, ਓਨੀ ਤੁਹਾਡੀ ਸ਼ਖਸੀਅਤ ਦੇ ਵਿੱਚੋਂ ਨੈਗੇਟਿਵਿਟੀ ਮਾਈਨਸ ਹੁੰਦੀ ਜਾਊਗੀ। ਸੋ ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਉਹ ਤੁਹਾਨੂੰ ਬੇਸਿਕਲੀ ਜਿਹੜਾ ਗੁਰਮੰਤਰ ਹੈ, ਉਹ ਤੁਹਾਨੂੰ ਤੁਹਾਡੇ ਅੰਧੇਰੇ ਦੇ ਵਿੱਚੋਂ, ਜਿਹੜਾ ਡਾਰਕਨੈਸ ਹੈ, ਉਹਦੇ ਵਿੱਚੋਂ ਹੱਥ ਫੜ ਕੇ ਖਿੱਚਣ ਵਾਲਾ ਕੰਮ ਹੈ ਉਜਾਲੇ ਵੱਲ, ਲਾਈਟ ਵੱਲ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਡੇ ਕਿਰਦਾਰ ਵਿੱਚ ਵਾਹਿਗੁਰੂ, ਜਦੋਂ ਤੁਸੀਂ ਬੋਲਦੇ ਰਹੇ ਔਰ ਇੱਕ ਟਾਈਮ ਆਊਗਾ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਉਹਦਾ ਅਭਿਆਸ ਕਰਨ ਦੇ ਨਾਲ ਆਫਟਰ ਸਮ ਟਾਈਮ ਤੁਹਾਡੇ ਉਹ ਅੰਦਰ ਉਤਰ ਜੂਗਾ। ਤੁਹਾਨੂੰ ਫਿਰ ਅਭਿਆਸ ਕਰਨ ਦੀ ਲੋੜ ਨਹੀਂ ਪੈਣੀ, ਫਿਰ ਉਹ ਵਾਹਿਗੁਰੂ ਚੱਲ ਰਿਹਾ ਹੋਊਗਾ, ਆਪਣੇ ਆਪ ਚੱਲ ਰਿਹਾ ਹੋਊਗਾ। ਔਰ ਇੱਕ ਟਾਈਮ ਆਊਗਾ ਜਦੋਂ ਉਹ ਤੁਹਾਨੂੰ ਉਂਗਲ ਫੜ ਕੇ ਸਤਨਾਮ ਤੱਕ ਦੀਆਂ ਪੌੜੀਆਂ ਚੜ੍ਹਾ ਦੂਗਾ। ਤੁਸੀਂ ਸਤਨਾਮ ਤੱਕ ਪਹੁੰਚ ਜਾਓਗੇ, ਤੁਸੀਂ ਸਮਝ ਜਾਓਗੇ, ਸਤਨਾਮ ਹੀ ਬਣ ਜਾਓਗੇ। ਫਿਰ ਉੱਥੇ ਤੁਸੀਂ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਔਰ ਗੁਰਬਾਣੀ ਦਾ ਜਿਹੜਾ ਤੁਹਾਨੂੰ ਹੁਕਮ ਹੈ ਗੁਰੂ ਮਹਾਰਾਜ ਦਾ, ਉਹ ਤੁਸੀਂ ਪਾਲਣ ਕਰਨ ਯੋਗ ਹੋ ਜਾਓਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਹੁਣ ਇਹ ਬੜੀ ਇੰਪੋਰਟੈਂਟ ਅਤੇ ਸਮਝਣ ਵਾਲੀ ਗੱਲ ਹੈ ਕਿ ਗੁਰਬਾਣੀ ਬਣਿਆ ਕਿੱਦਾਂ ਜਾ ਸਕਦਾ? ਜਦੋਂ ਤੁਹਾਡੇ ਅੰਦਰੋਂ ਨੈਗੇਟਿਵਿਟੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਖਤਮ ਹੋ ਗਿਆ, ਪ੍ਰੇਜ਼ ਵਰਦੀ ਹੋ ਗਏ, ਤੁਸੀਂ ਅਪਰੀਸ਼ੀਏਟ ਕਰਨ ਲੱਗ ਗਏ ਆਪਣੀਆਂ ਚੀਜ਼ਾਂ ਨੂੰ, ਤਾਂ ਆਪਣੇ ਆਪ ਹੀ ਤੁਸੀਂ ਗੁਰਬਾਣੀ ਹੋ ਗਏ। ਹੁਣ ਸਤਨਾਮ ਤੱਕ ਪਹੁੰਚਣਾ ਇੱਕ ਅਵਸਥਾ ਦਾ ਕੰਮ ਹੈ। ਉਹ ਜਿਹੜੀ ਅਵਸਥਾ ਹੈ ਉਹ ਕਦੋਂ ਆਉਂਦੀ ਆ? ਜਦੋਂ ਉਹ ਅਵਸਥਾ ਤੁਹਾਡੀ ਬਣ ਗਈ ਨਾ,
ਉਦੋਂ ਫਿਰ ਭਾਈ ਤਾਰੂ ਸਿੰਘ ਵਾਂਗੂ ਖੋਪੜ ਲਹਾਏ ਜਾ ਸਕਦੇ ਆ, ਉਦੋਂ ਫਿਰ ਬੰਦ ਵੀ ਕਟਾਏ ਜਾ ਸਕਦੇ ਆ, ਉਦੋਂ ਫਿਰ ਦੇਗਾਂ ਵਿੱਚ ਵਿਬੜਿਆ ਜਾ ਸਕਦਾ, ਉਦੋਂ ਸਾਰਾ ਕੁਝ ਹੋ ਸਕਦਾ। ਆਮ ਬੰਦੇ ਦੇ ਵੱਸ ਦੀ ਇਹ ਗੱਲ ਨਹੀਂ। ਇਸੇ ਲਈ ਸਾਡੀ ਆਮ ਕਲਪਨਾ ਦੀ ਵੀ ਇਹ ਗੱਲ ਨਹੀਂ। ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਬਾਬਾ ਦੀਪ ਸਿੰਘ ਨੇ ਹੱਥ ਸਿਰ ਤਲੀ 'ਤੇ ਨਹੀਂ ਰੱਖਿਆ ਹੋਣਾ, ਉਹ ਕਿਉਂਕਿ ਸਾਡੀ ਕਲਪਨਾ ਤੋਂ ਪਰੇ ਦੀ ਗੱਲ ਹੈ। ਪਰ ਜਦੋਂ ਤੁਹਾਡੀ ਇੱਕ ਅਵਸਥਾ ਬਣ ਗਈ ਤਾਂ ਉੱਥੇ ਕੁਛ ਅਸੰਭਵ ਨਹੀਂ, ਨਥਿੰਗ ਇਜ਼ ਇੰਪੋਸੀਬਲ, ਹੈ ਨਾ। ਉਦੋਂ ਫਿਰ ਜਾ ਕੇ ਤੁਸੀਂ ਗੁਰਬਾਣੀ ਬਣ ਜਾਂਦੇ ਆ। ਅਤੇ ਇਹ ਜਿਹੜਾ ਵਾਹਿਗੁਰੂ ਮੰਤਰ ਜੋ ਤੁਹਾਡੇ ਅੰਦਰ ਚੱਲੂਗਾ, ਉਹ ਬੇਸਿਕਲੀ ਤੁਹਾਡੇ ਅੰਦਰੋਂ, ਕਿਉਂਕਿ ਸਫਾਈ ਹੋਣੀ ਵੀ ਤਾਂ ਬਹੁਤ ਜ਼ਰੂਰੀ ਹੈ ਨਾ। ਹੁਣ ਇਸੇ ਦੇ ਨਾਲ ਹੀ ਇਸੇ ਸਵਾਲ ਦੇ ਵਿੱਚ ਹੀ ਇੱਕ ਹੋਰ ਜਿਹੜਾ ਸਵਾਲ, ਉਹ ਨੰਨਾ ਜਿਹਾ ਕੁਐਸਚਨ ਸੀਗਾ ਮੈਨੂੰ ਆਇਆ। ਉਹ ਇੱਕ ਛੋਟੇ ਜਿਹੇ ਬੱਚੀ ਨੇ ਮੈਨੂੰ ਪੁੱਛਿਆ, ਔਰ ਮੈਂ ਉਹਨਾਂ ਨੂੰ ਮੈਂ ਚਾਹੁੰਦੀ ਸੀਗੀ ਕਿ ਉਸ ਬੱਚੀ ਨੂੰ ਆਪਾਂ ਲੈ ਕੇ ਆਈਏ, ਹੈ ਨਾ, ਇੱਥੇ, ਔਰ ਉਹਨਾਂ ਨਾਲ ਗੱਲ ਕੀਤੀ ਜਾਵੇ। ਪਰ ਖੈਰ ਕਰੋਨਾ ਦੇ ਕਰਕੇ ਨਹੀਂ ਹੋ ਪਾਇਆ। ਪਰ ਉਹਦਾ ਮੈਨੂੰ ਸਵਾਲ ਸੀਗਾ ਕਿ ਬਾਬਾ ਜੀ ਸਾਨੂੰ ਕਿਉਂ ਚਾਹੁੰਦੇ ਨੇ ਕਿ ਅਸੀਂ ਵਾਹਿਗੁਰੂ 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 ਬੋਲਦੇ ਰਹੀਏ, ਕਿਉਂ ਚਾਹੁੰਦੇ ਨੇ ਸਾਨੂੰ ਬਾਬਾ ਜੀ? ਤਾਂ ਉਹਨੂੰ ਮੇਰਾ ਜੋ ਜਵਾਬ ਸੀ, ਉਹ ਮੈਨੂੰ ਲੱਗਾ ਕਿ ਮੈਨੂੰ ਪੂਰੀ ਸੰਗਤ ਨਾਲ ਵੀ ਸਾਂਝਾ ਕਰਨਾ ਚਾਹੀਦਾ। ਬਾਬਾ ਜੀ ਸਾਨੂੰ ਨਹੀਂ ਚਾਹੁੰਦੇ। ਬਾਬਾ ਜੀ ਨੇ ਸਾਨੂੰ ਸਿਰਫ ਰਾਹ ਦਿਖਾ ਦਿੱਤੀ ਕਿ ਆਹ ਰਸਤਾ ਹੈ, ਚੱਲੋ ਨਾ ਚੱਲੋ ਤੁਹਾਡੀ ਮਰਜ਼ੀ। ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਇਹਦਾ ਜਿਹੜਾ ਜਾਪ ਹੈ, ਉਹ ਅਸੀਂ ਕਰਨਾ ਆਪਣੇ ਲਈ, ਗੁਰੂ ਲਈ ਨਹੀਂ ਕਰਨਾ। ਸਾਡੀ ਭੁਲੇਖਾ ਕੀ ਹੈ ਕਿ ਅਗਰ ਅਸੀਂ ਵਾਹਿਗੁਰੂ 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 ਕਰਦੇ ਹਾਂ ਤਾਂ ਅਸੀਂ ਪਰਮਾਤਮਾ ਨੂੰ ਖੁਸ਼ ਕਰਦੇ ਹਾਂ। ਨਹੀਂ, ਪਰਮਾਤਮਾ ਦੀ ਇਹਦੇ 'ਚ ਕੋਈ ਖੁਸ਼ੀ ਨਹੀਂ। ਪਰਮਾਤਮਾ ਆਪਣੇ ਆਪ 'ਚ ਹੀ ਖੁਸ਼ ਹੈ। ਪਰਮਾਤਮਾ ਨੂੰ ਕਿਰਨਪ੍ਰੀਤ ਦੇ ਵਾਹਿਗੁਰੂ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਮੇਰੇ ਲਈ ਹੈ। ਇਹ ਛੋਟੇ ਬੱਚੇ ਨਾਲ ਵੀ ਜਦੋਂ ਮੇਰੀ ਉਹ ਗੱਲ ਹੋਈ ਸੀਗੀ, ਉਹਨਾਂ ਨੇ ਫੋਨ ਦੇ ਉੱਤੇ ਮੇਰੇ ਨਾਲ ਗੱਲ ਕੀਤੀ, ਤਾਂ ਮੈਂ ਉਦੋਂ ਉਹਨੂੰ ਜਿਸ ਤਰੀਕੇ ਨਾਲ ਮੈਂ ਉਹਨਾਂ ਨਾਲ ਗੱਲ ਕੀਤੀ, ਸ਼ਾਇਦ ਉਸੇ ਤਰੀਕੇ ਨਾਲ ਸੰਗਤ ਨਾਲ ਗੱਲ ਕਰੂੰਗੀ। ਮੈਂ ਉਹਨੂੰ ਇਹ ਕਿਹਾ ਸੀਗਾ, ਔਰ ਇਹ ਸਾਰੀ ਸੰਗਤ ਵਾਸਤੇ ਵੀ ਹੈ, ਤੁਸੀਂ ਵੀ ਸੋਚਿਓ ਕਿ ਜਦੋਂ ਆਪਾਂ ਕਲਾਸਰੂਮ 'ਚ ਜਾਂਦੇ ਹਾਂ ਨਾ, ਅਸੀਂ ਸਕੂਲ ਪੜ੍ਹਨ ਜਾਂਦੇ ਹਾਂ ਤਾਂ ਆਪਾਂ ਕਲਾਸ 'ਚ ਬੈਠੇ ਹੁੰਦੇ ਹਾਂ, ਤਾਂ ਜਿਹੜੀ ਸਾਡੀ ਟੀਚਰ ਹੈ ਉਹ ਕਹਿੰਦੀ ਹੈ ਪੇ ਅਟੈਂਸ਼ਨ, ਅਸੀਂ ਵੀ ਪੇ ਅਟੈਂਸ਼ਨ, ਫਿਰ ਅਸੀਂ ਦੇਖਦੇ ਹਾਂ, ਫਿਰ ਉਹ ਜੋ ਲਿਖਦੇ ਆ, ਜੋ ਬੋਲਦੇ ਆ, ਕਿਉਂਕਿ ਇੰਡੀਆ 'ਚ ਇੱਦਾਂ ਪੜ੍ਹਾਈ ਹੁੰਦੀ, ਇੱਥੋਂ ਦਾ ਮੈਨੂੰ ਪਤਾ ਨਹੀਂ, ਬਟ ਉਹ ਜਦੋਂ ਬੋਲਦੇ ਆ ਤਾਂ ਫਿਰ ਤੁਸੀਂ ਰਿਪੀਟ ਵੀ ਕਰਦੇ ਹੋ, ਪਿੱਛੇ ਆਪਣੀ ਨੋਟਬੁੱਕ 'ਚ ਲਿਖਦੇ ਹੋ ਜਾਂ ਤੁਸੀਂ ਬੋਲਦੇ ਹੋ, ਰੈਪੀਟੀਸ਼ਨ ਹੁੰਦੀ ਆ। ਉਸ ਤੋਂ ਬਾਅਦ ਤੁਸੀਂ ਘਰ ਜਾ ਕੇ ਉਹ ਬਾਕਾਇਦਾ ਉਹਨੂੰ ਹੋਮਵਰਕ ਕਰਦੇ ਹੋ, ਐਗਜ਼ੈਕਟਲੀ ਉਹੀ ਜੋ ਟੀਚਰ ਨੇ ਕਰਾਇਆ ਹੁੰਦਾ। ਫਿਰ ਤੁਹਾਡਾ ਟੈਸਟ ਵੀ ਹੁੰਦਾ ਆ, ਉਦੋਂ ਤੁਸੀਂ ਫਿਰ ਉਹਨੂੰ ਯਾਦ ਕਰਕੇ ਲਿਖਦੇ ਹੋ, ਫਿਰ ਤੁਸੀਂ ਬਾਰ-ਬਾਰ ਉਹਨੂੰ ਲਰਨ ਕਰਦੇ ਹੋ, ਔਰ ਫਾਈਨਲੀ ਰਿਵਾਈਜ਼ ਵੀ ਕਰਦੇ ਹੋ, ਔਰ ਰਿਵਾਈਜ਼ ਕਰਨ ਤੋਂ ਬਾਅਦ ਤੁਸੀਂ ਆਪਣਾ ਐਗਜ਼ਾਮ ਦੇ ਕੇ ਪਾਸ ਹੁੰਦੇ ਆ। ਬਿਲਕੁਲ ਇਸੇ ਤਰੀਕੇ ਨਾਲ ਮੈਂ ਫਿਰ ਉਹ ਬੱਚੇ ਨੂੰ ਪੁੱਛਿਆ ਸੀਗਾ ਕਿ ਅਗਰ ਤੁਹਾਡੇ ਮੈਮ ਕਹਿਣ ਹੀ ਨਾ ਕਿ ਯੂ ਪੇ ਅਟੈਂਸ਼ਨ, ਤੁਸੀਂ ਭੱਜੇ ਫਿਰੋ, ਫਿਰ ਕੀ ਕਰੋਗੇ? ਅਤੇ ਉਹ ਮੈਨੂੰ ਅੱਗੋਂ ਕਹਿੰਦੀ ਦੈਟ ਇਜ਼ ਨੋ ਡਿਸਿਪਲਿਨ। ਉਹ ਡਿਸਿਪਲਿਨ ਨਹੀਂ ਹੈਗਾ। ਫਿਰ ਦੈਟ ਇਜ਼ ਆਲ। ਜਿਹੜਾ ਵਾਹਿਗੁਰੂ ਗੁਰੂ ਮੰਤਰ ਤੁਸੀਂ ਜਪਣਾ ਹੈ ਨਾ, ਉਹ ਤੁਹਾਡੇ ਮਾਈਂਡ ਨੂੰ ਡਿਸਿਪਲਿਨ ਕਰਨਾ। ਉਹ ਪਰਮਾਤਮਾ ਨੂੰ ਖੁਸ਼ ਨਹੀਂ ਕਰਨਾ, ਤੁਸੀਂ ਆਪਣੇ ਮਾਈਂਡ ਨੂੰ ਡਿਸਿਪਲਿਨ ਕਰਨਾ। ਹੁੰਦਾ ਕੀ ਆ, ਬੇਸ਼ੱਕ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਲਿਓ। ਐਕਸਪੈਰੀਮੈਂਟ ਮੈਂ ਆਪਣੇ ਸਟੂਡੈਂਟਸ ਨੂੰ ਆਮ ਕਰਵਾਇਆ ਕਰਦੀ ਸੀਗੀ, ਤੁਸੀਂ ਵੀ ਕਰਕੇ ਦੇਖਿਓ। 5 ਮਿੰਟ ਅੱਖਾਂ ਬੰਦ ਕਰਕੇ ਕੋਈ ਵੀ ਅੱਖਰ ਲੈ ਲਓ, ਚਾਹੇ ਜੇ ਤੁਸੀਂ ਵਾਹਿਗੁਰੂ ਕਹਿੰਦੇ ਹੋ, ਸਤਨਾਮ ਕਹਿੰਦੇ ਹੋ, ਇੱਕ ਓਂਕਾਰ ਕਹਿੰਦੇ ਹੋ, ਜਾਂ ਤੁਸੀਂ ਓਮ ਕਹਿੰਦੇ ਹੋ, ਜਾਂ ਰਾਮ ਰਾਮ ਕਹਿੰਦੇ ਹੋ, ਜੋ ਵੀ ਕਹਿੰਦੇ ਹੋ, ਤੁਸੀਂ ਅੱਖਾਂ ਬੰਦ ਕਰਕੇ 5 ਮਿੰਟ ਸਿਰਫ ਇੱਕ ਜਗ੍ਹਾ 'ਤੇ ਬੈਠ ਕੇ ਉਹ ਬੋਲਣ ਦੀ ਕੋਸ਼ਿਸ਼ ਕਰਿਓ। ਯੂ ਵਿਲ ਫਾਈਂਡ ਕਿ ਤੁਹਾਡਾ ਦਿਮਾਗ ਜਿਹੜਾ ਨਾ, ਉਹ ਕਿੰਨੀ ਵਾਰੀ ਪਾਸਟ ਟੂ ਪ੍ਰੈਜ਼ੈਂਟ, ਪ੍ਰੈਜ਼ੈਂਟ ਟੂ ਪਾਸਟ ਭੱਜਦਾ। ਤੁਸੀਂ ਬਾਰ-ਬਾਰ ਆਪਣੇ ਦਿਮਾਗ ਨੂੰ ਖਿੱਚ ਕੇ ਲੈ ਕੇ ਆਇਓ ਕਿ ਨਹੀਂ ਤੂੰ ਹੋਰ ਕੁਛ ਨਹੀਂ ਸੋਚਣਾ, ਸਿਰਫ ਆਹੀ ਗੱਲ ਬੋਲਣੀ ਹੈ, ਸਿਰਫ ਇਹੀ ਮੰਤਰ ਜਾਂ ਇਹੀ ਵਰਡ ਬੋਲਣਾ। ਉਹ ਕੁਛ 30 ਸੈਕਿੰਡ ਦੇ ਬਾਅਦ, 30 ਸੈਕਿੰਡ ਸ਼ਾਇਦ ਮੈਂ ਬਹੁਤ ਜ਼ਿਆਦਾ ਕਹਿ ਦਿੱਤਾ, ਕੁਛ 10 ਸੈਕਿੰਡ ਦੇ ਬਾਅਦ ਉਹ ਫਿਰ ਤੁਹਾਡਾ ਦਿਮਾਗ ਕਿਤੇ ਹੋਰ ਚੱਲ ਜੂਗਾ, ਫਿਰ ਕੋਈ ਹੋਰ ਵਿਚਾਰ ਆਊਗਾ। ਤੁਸੀਂ ਇਹ ਪਾਓਗੇ ਕਿ ਤੁਹਾਨੂੰ ਉਹ ਵਿਚਾਰ ਵੀ ਆਉਂਦੇ ਜੋ ਤੁਸੀਂ ਕਦੀ ਸੋਚਿਆ ਹੀ ਨਹੀਂ ਸੀ। ਬੇਸਿਕਲੀ ਉਹ ਕੀ ਆ, ਤੁਸੀਂ ਆਪਣੇ ਮਾਈਂਡ ਨੂੰ ਡਿਸਿਪਲਿਨ ਕਰ ਰਹੇ ਹੋ। ਹੋਣਾ ਇਹ ਸੀ ਕਿ ਅਸੀਂ ਮਨ ਦੇ ਅਧੀਨ ਨਹੀਂ ਸੀ ਹੋਣਾ, ਮਨ ਨੇ ਸਾਡੇ ਅਧੀਨ ਹੋਣਾ ਸੀ। ਪਰ ਕਿਉਂਕਿ ਤਾਂ ਹੀ ਗੁਰਬਾਣੀ ਵਿੱਚ ਕਿਹਾ ਨਾ, ਮਨ ਜੀਤੇ ਜਗ ਜੀਤ। ਤੁਸੀਂ ਮਨ ਨੂੰ ਜਿੱਤੋਗੇ ਤੇ ਜੱਗ ਵੱਲ ਜਾਓਗੇ। ਪਹਿਲਾਂ ਤਾਂ ਆਪਣਾ ਮਨ ਹੀ ਸਾਡੇ ਕਾਬੂ 'ਚ ਨਹੀਂ। ਉਹ ਸਿਰਫ ਇੱਕ ਟ੍ਰੇਨਿੰਗ ਹੈ, ਇੱਕ ਪ੍ਰੋਪਰ ਟ੍ਰੇਨਿੰਗ ਹੈ ਤੁਹਾਡੇ ਦਿਮਾਗ ਦੀ। ਤੁਸੀਂ ਕਰਕੇ ਦੇਖਿਓ ਜੇ 5 ਮਿੰਟ, ਸਿਰਫ 5 ਮਿੰਟ, ਮੈਂ ਇਸ ਤੋਂ ਵੱਧ ਨਹੀਂ ਕਹਿ ਰਹੀ। ਤੁਸੀਂ ਦੇਖਿਓ 5 ਮਿੰਟਾਂ ਵਿੱਚ ਤੁਸੀਂ ਆਪਣੇ ਦਿਮਾਗ ਦੀਆਂ ਲਗਾਮਾਂ ਕਿੰਨੀਆਂ ਖਿੱਚ ਕੇ ਰੱਖ ਸਕਦੇ ਹੋ, ਕਿੰਨਾ ਕੁ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਆਪਣਾ ਦਿਮਾਗ ਚਲਾ ਸਕਦੇ ਹੋ। ਔਰ ਯੂ ਵਿਲ ਫਾਈਂਡ ਕਿ ਸਾਡਾ ਦਿਮਾਗ ਆਪਣੀ ਮਰਜ਼ੀ ਕਰਦਾ, ਸਾਡੀ ਬਿਲਕੁਲ ਨਹੀਂ ਸੁਣਦਾ। ਔਰ ਇਹ ਜਿਹੜਾ ਜਿਵੇਂ ਮੈਂ ਕਲਾਸਰੂਮ ਟੀਚਰ ਦੀ ਗੱਲ ਕੀਤੀ ਨਾ, ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਰੈਪੀਟੀਸ਼ਨ ਕਰ ਕਰਕੇ ਜਿਹੜੀ ਗੱਲ ਹੈ, ਉਹ ਇਹਨੂੰ ਇੱਕ ਮੰਤਰ ਦੇ ਵਾਂਗੂ ਕੌਨਸ਼ੀਅਸਲੀ, ਕਿਉਂਕਿ ਕੌਨਸ਼ੀਅਸ ਹੋਣਾ ਪਊਗਾ। ਤੁਸੀਂ ਕੌਨਸ਼ੀਅਸ ਕਿਤੇ ਤੁਹਾਡੀ ਹੋਰ ਤੁਰੀ ਫਿਰਦੀ ਹੈ, ਤੁਸੀਂ ਬੋਲੀ ਕੁਛ ਹੋਰ ਜਾ ਰਹੇ, ਦੈਟ ਇਜ਼ ਡਿਫਰੈਂਟ ਥਿੰਗ। ਪਰ ਜਦੋਂ ਤੁਸੀਂ ਕੌਨਸ਼ੀਅਸਲੀ ਇੱਕੋ ਗੱਲ ਨੂੰ ਰਿਪੀਟ ਕਰੋਗੇ, ਤੁਹਾਨੂੰ ਤੁਹਾਡੇ ਮਾਈਂਡ ਨੂੰ ਡਿਸਿਪਲਿਨ 'ਚ ਲੈ ਕੇ ਆਉਣ ਦੀ ਟ੍ਰੇਨਿੰਗ ਮਿਲੂਗੀ। ਔਰ ਉਸ ਟ੍ਰੇਨਿੰਗ ਤੋਂ ਬਾਅਦ ਹੀ
ਕੌਨਸ਼ੀਅਸ ਟੂ ਅਨਕੌਨਸ਼ੀਅਸ ਦੇ ਜਿਹੜੇ ਗੇਟ ਹੈ ਉਹ ਖੁੱਲ੍ਹਣਗੇ ਔਰ ਫਿਰ ਤੁਸੀਂ ਇੱਕ ਜਗ੍ਹਾ ਦੇ ਉੱਤੇ ਆ ਕੇ ਇਕੱਠੇ ਹੋਵੋਗੇ। ਸੋ ਇੱਥੋਂ ਤੱਕ ਸੀਗਾ ਕਿ ਵਾਹਿਗੁਰੂ ਗੁਰਮੰਤਰ ਜਿਹੜਾ ਹੈ ਉਹ ਸਿੱਖਾਂ ਲਈ ਜਪਣਾ ਕਿਉਂ ਜ਼ਰੂਰੀ ਹੈ। ਕੋਈ ਕੁਛ ਵੀ ਜਪ ਸਕਦਾ, ਜਿਹਦਾ ਜੋ ਧਰਮ, ਜਿਹਦਾ ਜੋ ਉਹਨਾਂ ਦੀ ਮਾਨਤਾ ਉਹ ਕਰ ਸਕਦਾ, ਪਰ ਤੁਹਾਡੇ ਲਈ ਵਾਹਿਗੁਰੂ ਕਹਿਣਾ ਕਿਉਂ ਜ਼ਰੂਰੀ ਹੈ? ਬਿਕਾਜ਼ ਦਿਸ ਇਜ਼ ਦਾ ਵੇ ਟੂ ਡਿਸਿਪਲਿਨ ਯੋਰ ਮਾਈਂਡ। ਤੁਸੀਂ ਆਪਣੇ ਮਾਈਂਡ ਨੂੰ ਇੱਕ ਡਿਸਿਪਲਿਨ 'ਚ ਲੈ ਕੇ ਆਉਣਾ। ਡਿਸਿਪਲਿਨ 'ਚ ਲੈ ਕੇ ਆਉਂਗੇ, ਫਾਈਨਲ ਡੇ ਦੇ ਉੱਪਰ ਰਿਵੀਜ਼ਨ ਕਰਕੇ ਪਾਸ ਹੋਵੋਗੇ। ਹੁਣ ਫਾਈਨਲ ਡੇ ਨੂੰ ਜਜਮੈਂਟ ਡੇ ਨਾ ਸਮਝ ਲਿਓ, ਮੇਰਾ ਉਹਦਾ ਮਤਲਬ ਕਹਿਣ ਦਾ ਮਤਲਬ ਉਹ ਨਹੀਂ ਆ। ਸਾਡੇ ਵਾਸਤੇ ਇੱਕ ਬਹੁਤ ਲੰਬਾ ਰਸਤਾ ਹੈ, ਸਾਨੂੰ ਸਤਨਾਮ ਤੱਕ ਦੀ ਪੌੜੀ ਚੜ੍ਹਨੀ ਹੈ। ਠੀਕ ਹੈ ਜੀ। ਇਹਦੇ ਨਾਲ ਹੋਰ ਬਹੁਤ ਸਾਰੇ ਕੁਐਸਚਨ ਸੀਗੇ, ਪਰ ਇਹ ਬਹੁਤ ਇੰਪੋਰਟੈਂਟ ਕੁਐਸਚਨ ਸੀ ਜੋ ਮੈਨੂੰ ਲੱਗਾ ਕਿ ਗੱਲ ਕਰਨੀ ਜ਼ਰੂਰੀ ਹੈ। ਖੈਰ ਬਾਕੀ ਸਵਾਲ ਜਿਹੜੇ ਨੇ ਉਹ ਅਸੀਂ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਐਪੀਸੋਡਸ ਨੇ ਉਹਨਾਂ ਵਿੱਚ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੇ ਕਰੂੰਗੀ। ਇੰਨੀ ਗੱਲ ਕਹਿੰਦੇ ਹੋਏ ਮੈਂ ਭੁੱਲਾਂ ਚੁੱਕਾਂ ਦੀ ਖਿਮਾ ਚਾਹੁੰਦੀ ਹਾਂ ਜੀ। ਔਰ ਜਿਹੜੇ ਮੈਂ ਤੁਹਾਡੇ ਤੱਕ ਸਵਾਲ ਸੰਗਤ ਦੀ ਕਚਹਿਰੀ ਵਿੱਚ ਰੱਖਿਆ ਸੀ ਉਹਦਾ ਜਵਾਬ ਸਾਨੂੰ ਜ਼ਰੂਰ ਲਿਖ ਕੇ ਪਾਇਓ kirdareKhalsa@akalchannel.tv ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।